ਤੁਹਾਡਾ ਰਵੱਈਆ ਸਾਨੂੰ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਇਸ ਵੇਲੇ, ਕਿਉਂਕਿ ਤੁਸੀਂ ਹਮੇਸ਼ਾ ਮਜ਼ਦੂਰਾਂ ਨੂੰ ਕਹਿ ਰਹੇ ਹੋ ਕਿ ਉਹਨਾਂ ਦਾ ਸਾਥ ਨਾ ਦਿਓ। ਇਹ ਉਹੀ ਲੋਕ ਨੇ ਜਿਹੜੇ ਗਾਉਣ ਵਾਲਿਆਂ ਨੇ ਜਿਸ ਤਰ੍ਹਾਂ ਦੀ ਛਵੀ ਪੂਰੀ ਦੁਨੀਆ ਨੂੰ ਇੱਕ ਕਿਸਾਨ ਦਾ ਕਿਰਦਾਰ ਖਰਾਬ ਕਰਨ ਦੇ ਲਈ ਦਿਖਾ ਦਿੱਤੀ ਆ। ਇਹ ਲੋਕ ਏਜੰਸੀਆਂ ਦੇ ਲੋਕ ਨੇ, ਇਹ ਲੋਕ RSS ਦੇ ਲੋਕ ਨੇ, ਇਹ ਕਿਸੇ ਪਾਰਟੀ ਨਾਲ ਸੰਬੰਧਿਤ ਲੋਕ ਨੇ ਜਿਹੜੇ ਪੰਜਾਬ ਦੇ, ਭਾਰਤ ਦੇ ਕਿਸਾਨਾਂ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ। ਪੰਜਾਬ ਦੀ ਆਬਾਦੀ 2.5 ਕਰੋੜ ਦੀ ਆਬਾਦੀ ਆ, ਲੇਕਿਨ 2.5 ਕਰੋੜ ਦੀ ਆਬਾਦੀ ਨੂੰ ਅਗਰ ਕੋਈ ਲੁੱਟ ਕੇ ਪੰਜਾਬ 'ਚ ਖਾ ਰਿਹਾ ਹੈ ਤਾਂ ਉਹ 850 ਘਰਾਣੇ ਨੇ ਜਿਨ੍ਹਾਂ ਨੇ RSS ਦੇ ਨਾਲ ਮਿਲੇ ਹੋਏ ਆ, ਚਾਹੇ ਉਹ ਸਰਕਾਰਾਂ ਤੇ ਕਾਬਜ ਮੰਤਰੀ ਨੇ, ਲੀਡਰ ਨੇ। ਲੇਬਰ ਜਿਹੜੀ ਹੈ ਬਿਹਾਰ ਤੋਂ ਆ ਨਹੀਂ ਰਹੀ ਹੈਗੀ ਤੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਵੱਧ ਪੈਸੇ ਲੈਣ ਲੱਗ ਪਏ। ਹਾਂ, ਮੈਂ ਹੁਣ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ, ਇੱਥੇ ਸੰਗਤ ਵੀ ਫੈਸਲਾ ਕਰੇ। ਮੈਂ ਬਹੁਤ ਸਾਰੇ ਪ੍ਰਮਾਣ ਦੇ ਸਕਦਾ ਆ ਆਪ ਜੀ ਦੇ ਚੈਨਲ ਦੇ ਉੱਤੇ ਕਿ ਜਦੋਂ ਤੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਉਹਨਾਂ ਨੂੰ ਢੋਲਾਂ ਵਜਾ ਕੇ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਤੇ ਉਹਨਾਂ ਨੂੰ ਪਿੰਡਾਂ 'ਚ ਲਿਆਂਦਾ ਜਾਂਦਾ ਝੋਨਾ ਲਵਾਉਣ ਵਾਰੀ। ਜਿਹੜੇ ਪ੍ਰਵਾਸੀ ਮਜ਼ਦੂਰ ਆ ਯੂਪੀ ਔਰ ਬਿਹਾਰ ਦੇ, ਉਹ ਵੀ ਸਾਡੇ ਭਰਾ ਹੀ ਨੇ, ਸਾਡੇ ਦੇਸ਼ ਦਾ ਹਿੱਸਾ ਆ। ਤੇ ਫਿਰ ਐਸੀ ਕਾਣੀ ਵੰਡ ਇਸ ਪੰਜਾਬ 'ਚ ਹੀ ਰਹਿਣ ਵਾਲੇ ਮਜ਼ਦੂਰਾਂ ਦੇ ਨਾਲ ਕਿਉਂ ਆ? ਤੁਹਾਡੇ ਤੇ ਇਹ ਇਲਜ਼ਾਮ ਲੱਗਦਾ ਕਿ ਤੁਸੀਂ ਤੋੜਦੇ ਹੋ ਜਾਤ ਪਾਤ ਦੇ ਨਾਮ ਤੇ। ਜਿਹੜਾ ਪੰਜਾਬ ਦਾ ਕਿਸਾਨ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਹੈ, ਜਿਹੜਾ ਕਿਰਤੀ ਕਾਮਾ ਮਜ਼ਦੂਰ ਕਿਸਾਨ ਹੈ, ਇਹਨਾਂ ਨੇ ਉਸ ਦਾ ਕਿਰਦਾਰ ਗਾਣਿਆਂ ਦੇ ਵਿੱਚ ਰੇਂਜਾਂ ਵਾਲਾ, ਹਥਿਆਰਾਂ ਵਾਲਾ, ਫੀਮਾ ਖਾਣ ਵਾਲਾ, ਵੈਲੀਆਂ ਵਾਲਾ ਦਿਖਾ ਦਿੱਤਾ। ਕਿਸਾਨ ਕਿਸੇ ਇੱਕ ਜਾਤ ਦੀ ਬਾਪ ਦੀ ਜ਼ਗੀਰ ਨਹੀਂ ਹੈ। ਕਿਸਾਨੀ ਗਾਣਿਆਂ ਦੇ ਵਿੱਚ ਇੱਕ ਕਿਸਾਨ ਦੇ ਉੱਤੇ ਗਾਣਾ ਕਿਉਂ ਨਹੀਂ ਬਣਾਉਂਦੇ? ਜਿਹੜੇ ਇਹ ਗੀਤ ਗਾਉਂਦੇ ਸੀਗੇ ਕਿ ਸਾਡਾ ਚੱਲਦਾ ਧੱਕਾ ਕੁਛ ਇਦਾਂ ਦਾ ਵੀ ਅਸੀਂ ਤਾਂ ਕਰਦੇ, ਉਹ ਗੀਤ ਸੀਗਾ ਜਾਂ ਵਾਕਿਆ ਇੱਕ ਉੱਚ ਵਰਗ ਨੂੰ ਦਰਸਾਉਂਦਾ ਸੀਗਾ ਉਹ ਗੀਤ? ਮੈਂ ਤਾਂ ਇਹ ਕਹੂੰਗਾ ਵੀ ਹੁਣ ਤੇ ਉਹ ਗੀਤ ਗਾਉਣ ਵਾਲੇ ਨੂੰ ਇਹ ਗੱਲ ਕਹੂੰਗਾ ਵੀ ਹੁਣ ਜਿਹੜੇ ਵਰਗ ਦੀ ਤੁਸੀਂ ਗੱਲ ਕਰਦੇ ਸੀ, ਤੁਸੀਂ ਜਿਹੜੇ ਵਰਗ ਨੂੰ ਦੁਨੀਆ 'ਚ ਦਿਖਾ ਕੇ ਸਾਰੇ ਕਿਸਾਨਾਂ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ, ਅੱਜ ਉਸ ਤੋਂ ਉਤਲੇ ਵਰਗ ਨੇ ਤੁਹਾਡੇ ਨਾਲ ਧੱਕਾ ਕਰ ਦਿੱਤਾ ਤੇ ਰਗੜੇ ਗਏ ਵਿਚਾਰੇ ਗਰੀਬ ਕਿਸਾਨ। ਮੈਨੂੰ ਸਿਰਫ ਇਸ ਗੱਲ ਦਾ ਇਤਰਾਜ਼ ਆ ਵੀ ਉਹੀ ਵਰਗ ਜਿਹੜਾ ਗਾਣਿਆਂ 'ਚ ਬੜਕਾ ਮਾਰਦਾ ਸੀ ਜਾਂ ਜਿਹੜਾ ਫਿਲਮਾਂ ਦੇ ਵਿੱਚ ਬੜਕਾ ਮਾਰਦਾ ਹੁੰਦਾ ਸੀ, ਅੱਜ ਉਹ ਕਿਸਾਨ ਬਣਿਆ ਪਿਆ। ਤੇ ਅੱਜ ਤੁਸੀਂ ਜਿਹੜੀ ਵਖਰੇਵੇਂ ਦੀ ਗੱਲ ਕਰਦੇ ਹੋ, ਸ਼ਾਇਦ ਅੱਜ ਟਾਈਮਿੰਗ ਸਹੀ ਨਹੀਂ ਹੈਗੀ। ਮੈਂ ਵਖਰੇਵੇਂ ਦੀ ਗੱਲ ਤਾਂ ਕੋਈ ਕਰ ਹੀ ਨਹੀਂ ਰਿਹਾ। ਤੇ ਤੁਸੀਂ ਯਾਦ ਕਰਾਉਂਦੇ ਹੋ ਨਾ ਕਿ ਮਜ਼ਦੂਰਾਂ ਨਾਲ ਧੱਕਾ ਉਸ ਵੇਲੇ ਹੋਇਆ, ਤੁਸੀਂ ਅੱਜ ਯਾਦ ਕਰਾ ਰਹੇ ਹੋ ਕਿਸਾਨਾਂ ਨਾਲ ਕਿ ਅੱਜ ਜਿਹੜੀ ਗੱਲ ਅੱਜ ਜਿਹੜੇ ਵਰਗ ਨਾਲ ਧੱਕਾ ਹੋ ਰਿਹਾ ਉਹ ਵੀ ਕਿਸੇ ਟਾਈਮ ਕਿਸੇ ਨਾਲ ਧੱਕਾ ਕਰਦੇ ਨੇ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਹੋਰਾਂ ਦੇ ਨਾਲ। ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਸਾਡੇ ਨਾਲ ਨੇ ਤੇ ਇਹ ਲਗਾਤਾਰ SC ST ਮੂਲ ਨਿਵਾਸੀ ਦੀ ਗੱਲ ਕਰਦੇ ਨੇ ਅਤੇ ਉਹਨਾਂ ਲਈ ਸੰਘਰਸ਼ ਕਰਦੇ ਆ ਰਹੇ ਨੇ। ਜਿੱਥੇ ਵੀ ਕਿਤੇ ਜ਼ਿਆਦਤੀ ਹੁੰਦੀ ਹੈ ਇਹ ਉਹਨਾਂ ਦੇ ਨਾਲ ਖੜਦੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ। ਰਾਣਾ ਸਾਹਿਬ, ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਦਾਸ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਜੀ ਡਾਕਟਰ ਸਾਹਿਬ, ਹੁਣ ਸਵਾਲ ਇਹ ਹੈ ਕਿ ਖੇਤੀ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਤੁਹਾਡੀਆਂ ਪੋਸਟਾਂ ਵੀ ਦੇਖਦੇ ਹਾਂ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਪਰ ਤੁਹਾਡਾ ਰਵੱਈਆ ਸਾਨੂੰ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਇਸ ਵੇਲੇ, ਕਿਉਂਕਿ ਤੁਸੀਂ ਹਮੇਸ਼ਾ ਮਜ਼ਦੂਰਾਂ ਨੂੰ ਕਹਿ ਰਹੇ ਹੋ ਕਿ ਉਹਨਾਂ ਦਾ ਸਾਥ ਨਾ ਦਿਓ, ਕਿਉਂਕਿ ਉਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਬਾਈਕਾਟ ਪਿਛਲੇ ਸਮੇਂ ਦੇ ਵਿੱਚ ਕੀਤਾ ਸੀਗਾ। ਜਦੋਂ ਕਿਤੇ ਸ਼ਾਮਲਾਤ ਜ਼ਮੀਨਾਂ ਦੀ ਗੱਲ ਹੁੰਦੀ ਹੈ, ਜਦੋਂ ਕਿਤੇ ਹੋਰ ਗੱਲ ਹੁੰਦੀ ਹੈ, ਇਹ ਕਿਉਂ ਕਹਿ ਰਹੇ ਹੋ ਤੁਸੀਂ? ਨਹੀਂ, ਐਸਾ ਮੈਂ ਮਜ਼ਦੂਰਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਸਾਥ ਨਹੀਂ ਦੇਣਾ, ਕਿਉਂਕਿ ਕਿਸਾਨ ਜਿਹੜਾ ਸ਼ਬਦ ਹੈ ਉਹ ਸਾਡੀ ਹੋਂਦ ਹੀ ਕਿਸਾਨ ਹੈ। ਮੇਰੇ ਫਾਦਰ ਸਾਹਿਬ, ਮੇਰੇ ਦਾਦਾ ਜੀ, ਲੇਕਿਨ ਅਸੀਂ ਜਿਹੜੇ ਆ ਉਹ ਬੇਜ਼ਮੀਨੇ ਮਜ਼ਦੂਰ ਕਿਸਾਨ ਆ। ਤੇ ਕਿਸਾਨਾਂ ਦਾ ਜਿੱਥੇ ਮੁੱਦਾ ਹੋਵੇ ਜਾਂ ਕਿਸਾਨਾਂ ਦੇ ਹੱਕ ਦੀ ਗੱਲ ਹੋਵੇ ਤੇ ਮੈਂ ਕਿਸਾਨ ਦੇ ਵਿਰੋਧ ਦੇ ਵਿੱਚ ਨਹੀਂ ਮੈਂ ਕਦੀ ਬੋਲਦਾ। ਮੈਂ ਆਪਣੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਆ
ਉਹ ਲੋਕ ਜਿਨ੍ਹਾਂ ਨੂੰ ਅੱਜ ਕਿਸਾਨ ਮਜ਼ਦੂਰ ਏਕਤਾ ਕਹਿ ਕੇ ਉਹਨਾਂ ਨੂੰ ਨਾਲ ਲਿਆ ਜਾ ਰਿਹਾ ਹੈ, ਲੇਕਿਨ ਅਜੇ 5 ਮਹੀਨੇ ਨਹੀਂ ਬੀਤੇ, ਉਹਨਾਂ ਹੀ ਮਜ਼ਦੂਰ ਕਿਸਾਨਾਂ ਨੂੰ ਜਦੋਂ ਮਤੇ ਪਾਏ ਜਾ ਰਹੇ ਸੀ ਤਰਨਤਾਰਨ ਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਪਿੰਡ ਅਸਨਸੂਲ ਕਰਕੇ ਕੋਈ ਪਿੰਡ ਸੀਗਾ, ਉੱਥੋਂ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਮਤੇ ਪਾ ਰਹੇ ਸੀਗੇ ਲੋਕ, ਮੈਂ ਉਹਨਾਂ ਮਜ਼ਦੂਰਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਦਾ ਆ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ 'ਚ ਜਿੱਥੋਂ ਸਾਨੂੰ ਰੋਜ਼ੀ ਰੋਟੀ ਮਿਲਣੀ ਹੈ, ਜਿਹੜਾ ਸਾਡਾ ਪੇਟ ਪਾਲਦਾ ਆ, ਔਰ ਤੁਸੀਂ ਉਹਦਾ ਹਿੱਸਾ ਹੋ, ਤੁਸੀਂ ਉਹਨਾਂ ਦਾ ਸਾਥ ਦਿਓ। ਤੇ ਹੁਣ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਸਭ ਮਜ਼ਦੂਰ ਜਥੇਬੰਦੀਆਂ। ਵਿਰੋਧ ਕਿਹਦਾ ਕਰੋ? ਵਿਰੋਧ ਕਿਹਦੀ ਗੱਲ ਕਰਦੇ ਹੋ ਤੁਸੀਂ? ਕਿਸ ਦਾ ਵਿਰੋਧ ਕਰੋ? ਵਿਰੋਧ ਦੇਖੋ, ਉਹਨਾਂ ਲੋਕਾਂ ਦਾ ਵਿਰੋਧ ਕਰੋ ਜਿਹੜੇ ਤੁਹਾਡੇ ਬਾਈਕਾਟ ਕਰਦੇ ਆ। ਜਿਹੜੇ ਲੋਕ ਬਾਈਕਾਟ ਕਰਦੇ ਆ, ਮੈਂ ਉਹਨਾਂ ਨੂੰ ਕਿਸਾਨ ਨਹੀਂ ਮੰਨਦਾ, ਕਿਉਂਕਿ ਕਿਸਾਨ ਸ਼ਬਦ ਪੂਰੇ ਭਾਰਤ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਪਛੜੇ ਹੋਏ ਸਮਝਿਆ ਜਾਂਦਾ ਆ। ਉਹ ਕੌਣ ਹੈ? ਜਦੋਂ ਸੰਗਰੂਰ ਦੇ ਵਿੱਚ ਪਿੱਛੇ ਜੇ ਹੋਇਆ ਕਿ ਸ਼ਾਮਲਾਟ ਜ਼ਮੀਨਾਂ ਨੂੰ ਲੈ ਕੇ ਆਪਸ ਦੇ ਵਿੱਚ ਵਿਰੋਧ ਹੋਇਆ, ਬਾਈਕਾਟ ਹੋਇਆ, ਮਤੇ ਪੈ ਗਏ, ਬਹੁਤ ਕੁਝ ਹੋਇਆ, ਤੁਹਾਡੇ ਜ਼ਿਆਦਾ ਯਾਦ ਹੋਣਾ ਇਸ ਗੱਲੋਂ। ਜਲੂਰ ਸ਼ਾਇਦ ਪਿੰਡ ਸੀਗਾ, ਜਾਂ ਤਰਨਤਾਰਨ ਦੇ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ। ਉਹ ਕੌਣ ਲੋਕ ਨੇ ਫਿਰ? ਇਹ ਸਾਨੂੰ ਸਮਝ ਲੈਣਾ ਚਾਹੀਦਾ ਆ ਪੂਰੇ ਪੰਜਾਬ ਦੇ ਲੋਕਾਂ ਨੂੰ। ਇਹ ਉਹੀ ਲੋਕ ਨੇ ਜਿਹੜੇ ਗਾਉਣ ਵਾਲਿਆਂ ਨੇ ਜਿਸ ਤਰ੍ਹਾਂ ਦੀ ਛਵੀ ਪੂਰੀ ਦੁਨੀਆ ਨੂੰ ਇੱਕ ਕਿਸਾਨ ਦਾ ਕਿਰਦਾਰ ਖਰਾਬ ਕਰਨ ਦੇ ਲਈ ਦਿਖਾ ਦਿੱਤੀ ਆ। ਇਹ ਲੋਕ ਏਜੰਸੀਆਂ ਦੇ ਲੋਕ ਨੇ, ਇਹ ਲੋਕ RSS ਦੇ ਲੋਕ ਨੇ, ਇਹ ਕਿਸੇ ਪਾਰਟੀ ਨਾਲ ਸੰਬੰਧਿਤ ਲੋਕ ਨੇ ਜਿਹੜੇ ਪੰਜਾਬ ਦੇ, ਭਾਰਤ ਦੇ ਕਿਸਾਨਾਂ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ। ਕੌਣ ਕਰ ਰਹੇ ਨੇ ਛਵੀ ਨੂੰ ਖਰਾਬ? ਦੱਸੋ, ਸਪਸ਼ਟ ਕਰੋ। ਦੇਖੋ, ਮੈਂ ਇਹੀ ਗੱਲ ਕਹਾਂਗਾ ਵੀ ਕਿਸਾਨਾਂ ਦੇ ਵਿੱਚ, ਦੇਖੋ ਕਿਸਾਨ ਦੇ ਵਿੱਚ ਕੋਈ ਜਾਤ ਪਾਤ ਨਹੀਂ ਆ। ਕਿਸਾਨ ਸ਼ਬਦ ਜਿਹੜਾ ਆ ਉਹ ਸਾਰੀਆਂ ਜ਼ਾਤਾਂ ਵਾਲੇ ਲੋਕ ਕਿਰਤ ਕਰ ਰਹੇ ਆ। ਉਹ ਕਿਸਾਨ ਆ ਜਿਹੜਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ, ਚਾਹੇ ਉਹ ਹਾੜੇ ਦੇ ਉੱਤੇ ਜ਼ਮੀਨ ਲੈ ਕੇ ਕਰ ਰਿਹਾ, ਤੇ ਚਾਹੇ ਉਹ ਕਿਸੇ ਦੇ ਕੋਲ ਘੱਟ ਜ਼ਮੀਨੀ ਆ, ਜਿਹੜਾ ਬੇਜ਼ਮੀਨ ਆ, ਉਹ ਭਾਵੇਂ ਮਜ਼ਦੂਰੀ ਲੈ ਕੇ ਹੀ ਕਰ ਰਿਹਾ, ਕਿਸਾਨੀ ਕਰ ਰਿਹਾ, ਲੇਕਿਨ ਉਹ ਕਿਰਤ ਕਰ ਰਿਹਾ। ਇਸੇ ਕਰਕੇ ਇਸ ਨੂੰ ਕਿਸਾਨ ਮਜ਼ਦੂਰ ਕਿਹਾ ਜਾਂਦਾ ਆ। ਜਿਹੜੇ ਇਹ ਲੋਕ ਨੇ, ਇਹ ਕੁਛ ਲੋਕ ਨੇ ਜਿਹੜੇ ਗੁਰਬਾਣੀ ਤੋਂ ਦੂਰ, ਇਨਸਾਨੀਅਤ ਤੋਂ ਦੂਰ, ਆਪਣੇ ਆਪ ਦੇ ਵਿੱਚ ਉਹ ਇੱਕ ਜ਼ਾਤ ਦਾ ਹੰਕਾਰ ਲੈ ਕੇ ਚੱਲ ਰਹੇ ਨੇ। ਉਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਨੂੰ ਇੱਕ ਵਰਗ ਦੇ ਬਾਪ ਦੀ ਜ਼ਗੀਰ ਬਣਾ ਦਿੱਤਾ ਆ। ਮੈਂ ਜਿਨ੍ਹਾਂ ਦੇ ਕੋਲ ਸੈਂਕੜੋਂ ਕਿੱਲੇ ਜ਼ਮੀਨ ਆ, ਜਿਨ੍ਹਾਂ ਦੇ ਸ਼ੈਲਰ ਚੱਲਦੇ ਆ, ਮੈਂ ਉਹਨਾਂ ਨੂੰ ਕਿਸਾਨ ਨਹੀਂ ਮੰਨਦਾ। ਕੌਣ ਨੇ ਉਹ? ਉਹ ਲੋਕ ਇੱਕ ਵਰਗ ਆ, ਇੱਕ ਤਬਕਾ ਆ। ਅਗਰ ਮੈਂ ਗੱਲ ਕਰਨਾ ਚਾਹੁੰਦਾ ਆ, ਅੱਜ ਪੰਜਾਬ ਦੇ ਵਿੱਚ ਉਸੇ ਹੀ ਵਰਗ ਦੇ ਜਿਹੜੇ ਪੰਜਾਬ ਦੇ ਵਿੱਚ ਵਿਪਰਤੀ ਰੀਤ ਤੇ ਚੱਲਦੇ ਹੋਏ ਆਪਣੇ ਆਪ ਨੂੰ ਉੱਚ ਸਮਝਣ ਦੀ ਗਲਤੀ ਕਰ ਰਹੇ ਆ, ਉਹ ਸਾਡੇ ਸ਼ੂਦਰ ਭਰਾ। ਉਹਨਾਂ ਕੋਲ 4 ਅੱਜ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੈਸੇ ਆ, ਅਰਬਾਂ ਖਰਬਾਂ ਰੁਪਈਆ, ਲੇਕਿਨ ਪੰਜਾਬ ਦੇ ਵਿੱਚ 850 ਘਰਾਣੇ ਨੇ। ਪੰਜਾਬ ਦੀ ਆਬਾਦੀ ਦੇਖੋ ਕਿੰਨੀ ਹੈ। ਇੱਥੇ ਮੈਂ ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਤੇ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਪੰਜਾਬ ਦੀ ਆਬਾਦੀ 2.5 ਕਰੋੜ ਦੀ ਆਬਾਦੀ ਆ, ਲੇਕਿਨ 2.5 ਕਰੋੜ ਦੀ ਆਬਾਦੀ ਨੂੰ ਅਗਰ ਕੋਈ ਲੁੱਟ ਕੇ ਪੰਜਾਬ 'ਚ ਖਾ ਰਿਹਾ ਹੈ ਤਾਂ ਉਹ 850 ਘਰਾਣੇ ਨੇ ਜਿਨ੍ਹਾਂ ਨੇ RSS ਦੇ ਨਾਲ ਮਿਲੇ ਹੋਏ ਆ, ਚਾਹੇ ਉਹ ਸਰਕਾਰਾਂ 'ਤੇ ਕਾਬਜ਼ ਮੰਤਰੀ ਨੇ, ਲੀਡਰ ਨੇ। ਉਹ ਲੋਕਾਂ ਦਾ ਕੰਮ ਕੀ ਆ? RSS ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ। ਅੱਜ ਤੋਂ ਸੈਂਕੜੋਂ ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਟਾਈਮ ਦੀ ਜੇ ਆਪਾਂ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਸਾਡੇ ਪੰਜਾਬ ਦਾ ਹਰ ਵਿਅਕਤੀ ਵਰਗ ਜਿਹੜਾ ਮੁਜ਼ਾਹਰਾ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਲਹਿਰ ਚਲਾ ਕੇ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਉਸ ਮੁਜ਼ਾਹਰੇ ਨੂੰ, ਉਸ ਗੁਲਾਮੀ ਚੋਂ ਛਡਵਾਇਆ, ਜ਼ਮੀਨਾਂ ਦੇ ਪਟੇ ਉਹਨਾਂ ਦੇ ਨਾਂ ਕਰਵਾ ਦਿੱਤੇ, ਮਾਲਕਾਨਾ ਹੱਕ ਦਿੱਤੇ। ਪਰ ਸਵਾਲ ਡਾਕਟਰ ਸਾਹਿਬ ਇਹ ਹੈ ਕਿ ਕਿਹੜੇ ਮਤੇ ਪਾਏ ਗਏ ਪਿਛਲੇ ਸਮੇਂ ਦੇ ਵਿੱਚ, ਕਿਹੜਾ ਬਾਈਕਾਟ ਹੋਇਆ ਪਿਛਲੇ ਸਮੇਂ ਦੇ ਵਿੱਚ? ਦੇਖੋ, ਅੱਜ ਉਹ ਲੋਕ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਹੋਏ ਕਿਸਾਨਾਂ ਦੇ, ਆਪਣੇ ਕਿਸਾਨ ਭਰਾਵਾਂ ਦੇ ਸੰਘਰਸ਼ ਦੇ ਵਿੱਚ ਨਾਲ ਨੇ, ਲੇਕਿਨ ਇੱਥੇ ਸਾਰੀ ਦੁਨੀਆ ਜਾਣਦੀ ਹੈ ਕਿ ਵੀਡੀਓ ਵਾਇਰਲ ਹੋਈਆਂ ਕਿ ਤਰਨਤਾਰਨ ਦੇ ਵਿੱਚ ਮਤੇ ਪਾਏ ਗਏ ਕਿ ਜਿਹੜਾ ਮਜ਼ਦੂਰ ਰੋਟੀ ਆਪਣੇ ਘਰੋਂ ਲੈ ਕੇ ਆਏਗਾ ਉਹਦੀ ਦਿਹਾੜੀ
300 ਰੁਪਈਆ ਹੋਏਗੀ। ਇਹ ਉਸ ਵੀਡੀਓ ਦੇ ਵਿੱਚ ਜੋ ਆંકੜੇ ਰਕਮ ਦੇ ਦਿੱਤੇ ਗਏ ਮੈਂ ਉਹ ਦੱਸ ਰਿਹਾ। ਜਿਹੜਾ ਮਜ਼ਦੂਰ ਜੱਟ ਕੋਲੋਂ ਆਣ ਕੇ ਰੋਟੀ ਖਾਏਗਾ, ਮਾਫ ਕਰਨਾ, ਮੈਨੂੰ ਇਹ ਸਮਝਿਆ ਜਾਂਦਾ ਆ ਵੀ ਇਹ ਜਾਤਾਂ ਦਾ ਹੀ ਜ਼ਿਕਰ ਕਰਦਾ ਰਹਿੰਦਾ ਆ। ਇਹ ਮੈਨੂੰ ਹੁਣ ਮਜਬੂਰੀ 'ਚ ਆਣ ਕੇ ਨਾਮ ਲੈਣਾ ਪੈ ਗਿਆ, ਕਿਉਂਕਿ ਇਹ ਨਾਮ ਮੈਂ ਨਹੀਂ ਲੈ ਰਿਹਾ, ਉਹਨਾਂ ਨੇ ਲਿਆ ਸੀ, ਮਤੇ ਪਾਉਣ ਲੱਗਿਆ। ਜਿਹੜਾ ਮਜ਼ਦੂਰ ਘਰੋਂ ਰੋਟੀ ਲੈ ਕੇ ਆਏਗਾ ਉਹਦੀ ਦਿਹਾੜੀ 300 ਰੁਪਈਆ ਹੋਏਗੀ, ਜੱਟ ਕੋ ਆ ਕੇ ਰੋਟੀ ਖਾਏਗਾ ਤੇ 250 ਰੁਪਈਆ ਦਿਹਾੜੀ ਹੋਏਗੀ। ਫਿਰ ਇਹੀ ਲੋਕ ਰੌਲਾ ਪਾਉਂਦੇ ਆ ਵੀ ਪਿੰਡਾਂ 'ਚ ਤੇ ਜੱਟਾਂ ਨੇ ਲੰਗਰ ਲਾਤੇ। ਮੈਂ ਪਹਿਲੀਆਂ ਇੰਟਰਵਿਊਆਂ 'ਚ ਵੀ ਇਹ ਕਹਿ ਚੁੱਕਿਆ ਆ ਵੀ ਲੰਗਰ ਸਿਰਫ ਸਿੱਖ ਸੰਗਤ ਲਾਉਂਦੀ ਹੈ, ਲੰਗਰ ਗੁਰੂ ਦਾ ਹੈ, ਔਰ ਲੰਗਰ ਨੂੰ ਲਾਉਣ ਦੀ ਕਿਸੇ ਜਾਤ ਦੀ ਔਕਾਤ ਨਹੀਂ, ਚਾਹੇ ਉਹ ਖਰਬਪਤੀ ਵੀ ਹੋਵੇ। ਅੱਛਾ, ਝੋਨੇ ਦੇ ਵੇਲੇ, ਲੁਆਈ ਵੇਲੇ ਵੀ ਬਹੁਤ ਇਸ ਸੰਬੰਧੀ ਰੌਲੇ ਪਏ ਕਿ ਲੇਬਰ ਜਿਹੜੀ ਹੈ ਬਿਹਾਰ ਤੋਂ ਆ ਨਹੀਂ ਰਹੀ ਹੈਗੀ ਤੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਵੱਧ ਪੈਸੇ ਲੈਣ ਲੱਗ ਗਏ। ਹਾਂ, ਮੈਂ ਹੁਣ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ, ਇੱਥੇ ਸੰਗਤ ਵੀ ਫੈਸਲਾ ਕਰੇ। ਮੈਂ ਬਹੁਤ ਸਾਰੇ ਪ੍ਰਮਾਣ ਦੇ ਸਕਦਾ ਆ ਆਪ ਜੀ ਦੇ ਚੈਨਲ ਦੇ ਉੱਤੇ ਕਿ ਜਦੋਂ ਤੇ ਪ੍ਰਵਾਸੀ ਮਜ਼ਦੂਰ ਆਉਂਦੇ ਆ, ਉਹਨਾਂ ਨੂੰ ਢੋਲਾਂ ਵਜਾ ਕੇ, ਉਹਨਾਂ ਦੇ ਗਲਾਂ 'ਚ ਹਾਰ ਪਾ ਪਾ ਕੇ ਤੇ ਉਹਨਾਂ ਨੂੰ ਪਿੰਡਾਂ 'ਚ ਲਿਆਂਦਾ ਜਾਂਦਾ ਝੋਨਾ ਲਵਾਉਣ ਵਾਰੀ। ਜਿਹੜੇ ਪ੍ਰਵਾਸੀ ਮਜ਼ਦੂਰ ਆ ਯੂਪੀ ਔਰ ਬਿਹਾਰ ਦੇ, ਉਹ ਵੀ ਸਾਡੇ ਭਰਾ ਹੀ ਨੇ, ਸਾਡੇ ਦੇਸ਼ ਦਾ ਹਿੱਸਾ ਆ। ਤੇ ਫਿਰ ਐਸੀ ਕਾਣੀ ਵੰਡ ਇਸ ਪੰਜਾਬ 'ਚ ਹੀ ਰਹਿਣ ਵਾਲੇ ਮਜ਼ਦੂਰਾਂ ਦੇ ਨਾਲ ਕਿਉਂ ਆ? ਫਿਰ ਜਦੋਂ ਤੁਸੀਂ ਪ੍ਰਵਾਸੀ ਮਜ਼ਦੂਰ ਨੂੰ ਲੈ ਕੇ ਆਉਂਦੇ ਹੋ ਇੱਥੇ ਸਟੇਸ਼ਨਾਂ ਦੇ ਉੱਤੇ ਆਣ ਕੇ, ਫਿਰ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਆ ਆਪਣੇ ਉੱਚ ਵਰਗ ਦਾ ਕਿਸਾਨ ਆ, ਉਹ ਇੱਥੇ ਆਉਂਦਾ ਆ ਸਟੇਸ਼ਨਾਂ ਤੋਂ, ਫਿਰ ਜ਼ਬਰਦਸਤੀ ਚੁੱਕ ਚੁੱਕ ਕੇ ਕੁਛ ਇੱਕ ਦੀ ਭਾਨਾ ਸਿੱਧੂ ਤੇ ਭਾਨਾ ਭਗੌੜਾ ਕਰਕੇ ਦੋ ਕਲਾਕਾਰ ਨੇ ਜਿਹੜੇ ਜੱਟ ਦੀ ਵੀ ਹਕੀਕਤ ਕਿਤੇ ਨਾ ਕਿਤੇ ਉਹ ਦੁਨੀਆ ਦੇ ਸਾਹਮਣੇ ਦਿਖਾਉਂਦੇ ਰਹਿੰਦੇ ਆ। ਲੋਕਾਂ ਨੂੰ ਗੁੱਸਾ ਲੱਗਦਾ ਹੋਊਗਾ ਤੇ ਮਜ਼ਦੂਰ ਦੀ ਵੀ ਦਿਖਾਉਂਦੇ ਰਹਿੰਦੇ ਆ। ਪਰ ਇਹ ਆ ਵੀ ਮੈਂ ਉਹਨਾਂ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਦਿਖਾਓ ਦੁਨੀਆ ਦੀ ਹਕੀਕਤ, ਵਿਅੰਗ ਕਰੋ ਜੋ ਸਮਾਜ 'ਚ ਕੁਰੀਤੀਆਂ ਨੇ, ਪਰ ਥੋੜ੍ਹਾ ਜਿਹਾ ਇਸ ਤਰ੍ਹਾਂ ਦੀ ਧਿਆਨ ਰੱਖਿਓ ਵੀ ਮਜ਼ਦੂਰ ਦੇ ਨਾਲ ਜੁੜੀ ਹੋਈ ਵਰਗ ਦੇ ਜਿਹੜਾ ਸ਼ਹਿਰਾਂ 'ਚ ਵਰਗ ਆ, ਪੜ੍ਹਿਆ ਲਿਖਿਆ ਵਰਗ ਆ, ਉਹਨਾਂ ਨੂੰ ਕਿਤੇ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਨਾ ਲੱਗੇ। ਤੁਹਾਡੇ ਤੇ ਇਹ ਇਲਜ਼ਾਮ ਲੱਗਦਾ ਕਿ ਤੁਸੀਂ ਤੋੜਦੇ ਹੋ ਜਾਤ ਪਾਤ ਦੇ ਨਾਮ ਤੇ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਵੋ, ਮੈਂ ਸਿੰਘ ਸਜ ਗਿਆ। ਸਿੰਘ ਸਜਣ ਤੋਂ ਬਾਅਦ ਮੇਰੀ ਕੋਈ ਜ਼ਾਤ ਨਹੀਂ ਹੈ। ਅਗਰ ਮੈਂ ਪਾੜਾ ਪਾਉਣਾ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਵੋ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਇਹ ਕਹਿ ਦੇਵਾਂ ਵੀ ਤੁਸੀਂ ਅਗਰ ਮੇਰੇ ਰੰਗਰੇਟੇ ਸ਼ਬਦ ਨੂੰ ਜੇ ਕਿਸੇ ਜਾਤ ਨਾਲ ਜੋੜ ਕੇ ਦੇਖਦੇ ਹੋ ਤੇ ਫਿਰ ਇਹਦੇ ਵਿੱਚ ਨਦਾਨੀ ਹੋਵੇਗੀ। ਠੀਕ ਹੈ, ਤੁਹਾਡਾ ਇਤਰਾਜ਼ ਕੀ ਹੈ ਸਭ ਤੋਂ ਵੱਡਾ? ਜਿਹੜੀ ਤੁਸੀਂ ਇਤਰਾਜ਼ ਦੀ ਗੱਲ ਕਰਦੇ ਹੋ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਅੱਜ ਗੱਲ ਕਰਦੇ ਹੋ, ਰੋਜ਼ ਪੋਸਟਾਂ ਤੁਸੀਂ ਪਾਉਂਦੇ ਹੋ ਕਿ ਆਪਣੇ ਹੱਕਾਂ ਦੀ ਗੱਲ ਕਰਦੇ ਹੋ, ਮਜ਼ਦੂਰਾਂ ਨੂੰ ਪੁਰਾਣਾ ਵਕਤ ਯਾਦ ਕਰਾਉਂਦੇ ਹੋ, ਤੁਹਾਡਾ ਇਤਰਾਜ਼ ਕੀ ਹੈ? ਮੇਨ ਇਤਰਾਜ਼ ਕੀ ਹੈ? ਮੇਨ ਇਤਰਾਜ਼ ਆ, ਪਹਿਲਾਂ ਮੈਂ ਪਹਿਲੀ ਗੱਲ ਕੰਪਲੀਟ ਕਰ ਲੈਣਾ ਚਾਹੁੰਦਾ ਹਾਂ ਤਾਂ ਕਿ ਸੰਗਤ ਨੂੰ ਪੂਰੀ ਗੱਲ ਸਮਝ ਦੇ ਵਿੱਚ ਆ ਸਕੇ। ਮੈਂ ਪਾੜਦਾ ਨਹੀਂ ਆ। ਅਸੀਂ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਦੇ ਹੋਏ ਜਾਤੀ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਆ। ਮੇਰੀ ਕੋਈ ਜ਼ਾਤ ਨਹੀਂ, ਪਰ ਮੈਨੂੰ ਬੜਾ ਦੁੱਖ ਹੁੰਦਾ ਆ। ਇੱਥੇ ਮੈਂ ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਤੇ ਸੰਗਤ ਨੂੰ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ ਆ, ਮੈਂ ਜਦੋਂ ਦਾ ਸਿੰਘ ਸਜਿਆ ਆ, ਅੰਮ੍ਰਿਤ ਛਕ ਲਿਆ ਆ, ਡਾਕਟਰ ਗੁਰਿੰਦਰ ਸਿੰਘ ਸਜ ਗਿਆ ਮੈਂ, ਪਰ ਰੰਗਰੇਟਾ ਸ਼ਬਦ ਜਿਹੜਾ ਸਾਡੇ ਪੁਰਖਿਆਂ ਨੂੰ ਮਿਲਿਆ ਸੀ ਸਾਹਿਬੇ ਕਮਾਲ ਕਲਗੀਧਰ ਪਿਤਾ ਵੱਲੋਂ, ਮੈਂ ਉਹਨੂੰ ਛੱਡ ਨਹੀਂ ਸਕਦਾ। ਉਹ ਕਿਉਂਕਿ ਮੈਨੂੰ ਵਿਪਰ ਨੇ ਨਹੀਂ ਦਿੱਤਾ। ਹਾਂ, ਜਿਹੜੀ ਮੇਰੀ ਜਾਤ ਹੈ ਉਹ ਜਾਤ ਵਿਪਰ ਦੀ ਦਿੱਤੀ ਆ, ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਉੱਚ ਵਰਗ ਦੇ ਕਿਸਾਨ ਉਸ ਜਾਤ ਦੇ ਨਾਂ ਲੈ ਕੇ ਪਿੰਡਾਂ 'ਚ ਜਾਂ ਰੱਬ ਥੋੜ੍ਹਾ ਭਲਾ ਕਰੇ ਗਾਣਿਆਂ 'ਚ, ਫਿਲਮਾਂ 'ਚ ਬੜਾ ਉਹ ਜ਼ਿਕਰ ਕਰਦੇ ਆ, ਰੌਲਾ ਪਾਉਂਦੇ ਆ। ਮੈਂ ਚਾਹੁੰਦਾ ਆ ਅੱਜ ਉਹਨਾਂ ਗਾਉਣ ਵਾਲਿਆਂ ਨੇ ਜੋ ਆ ਕਿਸਾਨ ਧਰਨੇ ਲਾ ਰਹੇ ਆ, ਜੋ ਉਹਨਾਂ ਦੀ ਇਸ ਟਾਈਮ ਦਸ਼ਾ ਹੋ ਰਹੀ ਆ, ਇਹਦੇ ਵਿੱਚ ਬਿਲਕੁਲ ਉਹ ਗਾਉਣ ਵਾਲੇ ਜ਼ਿੰਮੇਵਾਰ ਇਸ ਕਰਕੇ ਸੀ ਕਿ ਜਿਹੜਾ ਪੰਜਾਬ ਦਾ ਕਿਸਾਨ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਹੈ, ਜਿਹੜਾ ਕਿਰਤੀ ਕਾਮਾ ਮਜ਼ਦੂਰ ਕਿਸਾਨ ਹੈ, ਇਹਨਾਂ ਨੇ ਉਸ ਦਾ ਕਿਰਦਾਰ ਗਾਣਿਆਂ ਦੇ ਵਿੱਚ ਰੇਂਜਾਂ ਵਾਲਾ, ਹਥਿਆਰਾਂ ਵਾਲਾ, ਫੀਮਾ ਖਾਣ ਵਾਲਾ, ਵੈਲੀਆਂ ਵਾਲਾ ਦਿਖਾ ਦਿੱਤਾ। ਤੇ ਸੰਗਤ ਜੀ, ਉਹ ਕਿਆ ਇਹ ਸਰਕਾਰਾਂ ਭਲਾ ਦੇਖਦੀਆਂ ਨਹੀਂ ਹੋਣਗੀਆਂ? RSS ਦੇਖਦੀ ਨਹੀਂ ਹੋਗੀ? ਅੱਜ ਅਗਰ ਸਰਕਾਰਾਂ ਕਿਸੇ ਤਰ੍ਹਾਂ ਦੀ ਕਿਸਾਨਾਂ ਦੀ ਕੋਈ ਗੱਲ ਨਹੀਂ ਅਗਰ ਮੰਨ ਰਹੀਆਂ ਤੇ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆ ਵੀ ਇਹ ਜਿਹੜੇ ਰੌਲਾ ਪਾ ਰਹੇ ਆ, ਇਹ ਉਹ ਕਿਸਾਨ ਨਹੀਂ ਆ ਵੀ ਜਿਹੜੇ ਗਰੀਬ ਰੌਲਾ ਪਾ ਰਹੇ ਆ, ਜਾਂ ਵੀ ਇਹ ਗਰੀਬ ਨਹੀਂ ਆ,
ਇਹਨਾਂ ਦਾ ਤੇ ਸੰਬੰਧ ਗਾਣਿਆਂ ਦੇ ਨਾਲ ਆ। ਇਹ ਤੇ ਚੱਕ ਲੋ ਰਿਵਾਲਵਰ, ਰਫਲਾ ਤੇ ਕਬਜ਼ਾ ਲੈਣਾ ਏ, ਰੇਂਜਾਂ ਵਾਲਾ, ਜਿਸ ਤਰੀਕੇ ਦੇ ਨਾਲ ਆ ਗਾਉਣ ਵਾਲਿਆਂ ਨੇ ਦਿਖਾ ਦਿੱਤਾ। ਅੱਜ ਸਾਰੇ ਗਾਉਣ ਵਾਲੇ ਜਿਹੜੇ ਕਿਸਾਨਾਂ ਦੇ ਪੁੱਤ ਨੇ, ਗਾਉਣ ਵਾਲੇ ਜਿਨ੍ਹਾਂ ਨੇ ਕਿਸਾਨ ਦਾ ਅਕਸ ਖਰਾਬ ਕਰ ਦਿੱਤਾ, ਜ਼ਿਆਦਾਤਰ ਮੈਂ ਸਾਰੇ ਅੱਜ ਤਾਂ ਪਰ ਰੰਗਰੇਟਾ ਸਾਹਿਬ ਜਿਹੜੇ ਸਾਰੇ ਕਲਾਕਾਰ ਨੇ ਉਹ ਕਿਸਾਨਾਂ ਦੇ ਨਾਲ ਖੜੇ ਨੇ, ਧਰਨਿਆਂ ਦੇ ਵਿੱਚ ਜਾ ਰਹੇ ਨੇ, ਬੈਠ ਰਹੇ ਨੇ ਉਹਨਾਂ ਦੇ ਨਾਲ। ਬਿਲਕੁਲ, ਬਹੁਤ ਅੱਛੀ ਗੱਲ ਆ ਕਿ ਉਹ ਜਾ ਰਹੇ ਨੇ, ਪਰ ਸੰਗਤ ਇਹਦਾ ਫੈਸਲਾ ਕਰੇ ਕਿ ਕਿਸਾਨਾਂ ਦਾ ਅਕਸ ਖਰਾਬ ਕਰਨਾ, ਕਿਉਂਕਿ ਕਿਸਾਨ ਦਾ ਪੁੱਤ ਮੈਂ ਵੀ ਹਾਂ, ਕਿਸਾਨ ਤੁਹਾਡੇ ਵੀ ਪੁਰਖਿਆਂ ਦਾ ਕਿੱਤਾ ਕਿਤੇ ਨਾ ਕਿਤੇ ਕਿਸਾਨੀ ਦੇ ਨਾਲ ਰਿਹਾ ਹੋਏਗਾ, ਪਰ ਕਿਸਾਨ ਕਿਸੇ ਇੱਕ ਜਾਤ ਦੀ ਬਾਪ ਦੀ ਜ਼ਗੀਰ ਨਹੀਂ ਹੈ। ਕਿਸਾਨੀ ਗਾਣਿਆਂ ਦੇ ਵਿੱਚ ਇੱਕ ਕਿਸਾਨ ਦੇ ਉੱਤੇ ਗਾਣਾ ਕਿਉਂ ਨਹੀਂ ਬਣਾਉਂਦੇ? ਇਹ ਫਿਰ ਇਹ ਗਾਣਾ ਬਣਾਉਣ ਤਾਂ ਵੀ ਜਦੋਂ ਪੈਂਦੀ ਹੈ ਕਿਸੇ ਤਰੀਕ, ਕਿਸੇ ਕਿਸਾਨ ਦੀ ਕਚਹਿਰੀਆਂ 'ਚ ਮੇਲੇ ਲੱਗਦੇ, ਕਿਸਾਨ ਸਿਰੇ ਦਾ ਵੈਲੀ, ਕਿਸਾਨ ਇਹ ਕਰ ਜੂ। ਐਕਚੁਅਲੀ ਇਹ ਹਮਦਰਦੀ ਲੈਣ ਦੇ ਲਈ ਕਿਸਾਨੀ ਸ਼ਬਦ ਵਰਤਿਆ ਜਾਂਦਾ ਹੈ, ਤੇ ਜਦੋਂ ਹੰਕਾਰ ਦਿਖਾਉਣਾ ਆ, ਵਿਆਹ ਕਰਨਾ ਆ, ਉਦੋਂ ਆਪਣੀ ਜ਼ਾਤ ਬੋਲੀ ਜਾਂਦੀ ਆ। ਇਹੀ ਲੋਕ ਸਿੱਖੀ ਦਾ ਚੋਲਾ ਔੜ ਲੈਂਦੇ ਨੇ ਆਪਣੇ ਗੁਨਾਹ ਛੁਪਾਉਣ ਦੇ ਲਈ। ਇਹੀ ਲੋਕ ਰਾਈਟ, ਜਦੋਂ ਇਹਨਾਂ ਨੇ ਆਪਣੇ ਗੁਨਾਹ ਛੁਪਾਉਣੇ ਆ ਤੇ ਸਿੱਖੀ ਦਾ ਚੋਲਾ ਔੜ ਲੈਂਦੇ ਆ। ਜਦੋਂ ਇਹਨਾਂ ਨੇ ਸਮਾਜਿਕ ਤੇ ਦੁਨਿਆਵੀ ਹਮਦਰਦੀ ਲੈਣੀ ਆ, ਉਦੋਂ ਕਿਸਾਨੀ ਦਾ ਚੋਲਾ ਔੜ ਲੈਂਦੇ ਨੇ। ਤੇ ਜਦੋਂ ਇਹਨਾਂ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਨੇ ਆ, ਤੇ ਜਦੋਂ ਇਹਨਾਂ ਨੇ ਕਿਸੇ ਤੇ ਤਸ਼ੱਦਦ ਕਰਨਾ ਆ, ਉਦੋਂ ਇਹ ਜਦ ਹੀ ਆਪਣੀ ਜਾਤ ਦਾ ਰੋਲਾ, ਜੋ ਅਕਸਰ ਫਿਲਮਾਂ 'ਚ ਤੇ ਗਾਣਿਆਂ 'ਚ ਪਾਈ ਜਾਂਦੇ ਆ, ਉਹ ਪਾਈ ਜਾਂਦੇ ਆ। ਜਿੰਨੇ ਹੁਣ ਕਿਸਾਨ ਉੱਥੇ ਆ ਰਹੇ ਨੇ, ਉਹ ਗਾਉਣ ਵਾਲੇ ਕਿਸਾਨਾਂ ਦੇ ਪੁੱਤ ਆ ਰਹੇ ਨੇ, ਅੱਜ ਤੇ ਕਿਸਾਨ ਸ਼ਬਦ ਆ। ਅੱਜ ਰੋਲਾ ਪਾਓ ਵੀ ਕਿਸਾਨ ਨਹੀਂ, ਵੀ ਜੱਟ ਮਰ ਗਿਆ, ਹੈ ਨਾ ਜੀ। ਕਿਉਂਕਿ ਅੱਜ ਐਕਚੁਅਲੀ ਇਹਨਾਂ ਨੂੰ ਜਿਹੜੇ ਰਜਵਾੜੇ ਨੇ, ਇਹ ਕਿਉਂ ਹੁਣ ਧਰਨਿਆਂ 'ਚ ਜਾ ਰਹੇ ਨੇ? ਜਿਹੜੇ ਕਿਸਾਨ ਦਾ ਅਕਸ ਖਰਾਬ ਕਰਨ ਵਾਲੇ, ਗਾਣੇ ਗਾਉਣ ਵਾਲੇ ਜਿਹੜੇ ਲੋਕ ਨੇ, ਕਿਉਂਕਿ ਇਹਨਾਂ ਨੇ ਆਪਣੀ ਚੌਧਰ ਤੇ ਆਪਣਾ ਰੁਤਬਾ ਐਡਾ ਕੁ ਵੱਡਾ ਦਿਖਾ ਕੇ ਰੱਖ ਦਿੱਤਾ, ਕਿਸਾਨਾਂ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ। ਸਭ ਨੂੰ ਪਤਾ ਕਿ ਕਿਸਾਨ ਦੀ ਹਾਲਤ ਕੀ ਹੈ। ਕਿਸਾਨ ਤਾਂ ਪਿਛਲੇ ਕਿੰਨੇ ਸਮੇਂ ਤੋਂ ਲੜ ਰਿਹਾ ਹੈ, ਖੁਦਕੁਸ਼ੀਆਂ ਕਰ ਰਿਹਾ ਹੈ, ਕਰਜ਼ੇ ਹੇਠਾਂ ਦੱਬਿਆ ਹੋਇਆ। ਉਹਦੀ ਤਾਂ ਅਸਲ ਤਸਵੀਰ ਇਹੀ ਹੈ, ਪਹਿਲਾਂ ਵੀ ਇਹੀ ਸੀਗੀ। ਉਹ ਤਾਂ ਠੀਕ ਹੈ, ਗੀਤਾਂ ਵਾਲੇ ਨੇ ਬਣਾਈ ਸੀਗੀ ਮਾੜੀ ਤਸਵੀਰ, ਉਹਦੀ ਗਲਤ ਅਕਸ ਉਹਨਾਂ ਨੂੰ ਢੰਗ ਨਾਲ ਪੇਸ਼ ਕੀਤਾ ਉਹਨਾਂ ਨੇ। ਉਹਦੇ ਲਈ ਤਾਂ ਗਾਉਣ ਵਾਲੇ ਜ਼ਿੰਮੇਵਾਰ ਨੇ, ਕਿਸਾਨ ਥੋੜ੍ਹਾ ਜ਼ਿੰਮੇਵਾਰ ਹੈ। ਕਿਸਾਨ ਤਾਂ ਪਹਿਲਾਂ ਵੀ ਨੁਕਸਾਨ ਦੇ ਵਿੱਚ ਸੀਗਾ, ਲਾਗਤ ਨਹੀਂ ਪੂਰੀ ਹੋ ਰਹੀ, ਅੱਜ ਵੀ ਸੜਕਾਂ 'ਤੇ ਹੈ, ਪਹਿਲਾਂ ਵੀ ਸੰਘਰਸ਼ ਕਰਦਾ, ਖੁਦਕੁਸ਼ੀਆਂ ਕਰਦਾ, ਕਰਜ਼ੇ ਹੇਠ, ਸਭ ਨੂੰ ਪਤਾ। ਬਿਲਕੁਲ ਜੀ, ਬਿਲਕੁਲ। ਤੁਸੀਂ ਦੇਖੋ, ਇਹੀ ਖੇਤੀ ਆਰਡੀਨੈਂਸ ਜੋ 3 ਆਏ ਆ ਸਰਕਾਰ ਨੇ, ਇਹੀ ਆਰਡੀਨੈਂਸ ਗੁਜਰਾਤ 'ਚ ਲਿਆ ਕੇ ਗੁਜਰਾਤ ਦਾ ਕਿਸਾਨ ਇਹਨਾਂ ਨੇ ਉਜਾੜ ਦਿੱਤਾ। ਮੈਂ ਉੱਥੇ ਕਿਸੇ ਜਾਤ ਦੀ ਗੱਲ ਨਹੀਂ ਕਰੂੰਗਾ, ਤੇ ਜਿਹੜੇ ਕਿਸਾਨੀ ਕਿੱਤੇ ਨੂੰ ਕਿਸੇ ਜਾਤ ਨਾਲ ਜਾਂ ਵਰਗ ਨਾਲ ਜੋੜ ਕੇ ਦੇਖਦੇ ਆ, ਉਹਨਾਂ ਤੋਂ ਵੱਡਾ ਮੂਰਖ ਬੰਦਾ ਕੋਈ ਨਹੀਂ ਇਸ ਦੁਨੀਆ 'ਚ। ਗੁਰਬਾਣੀ ਤੋਂ ਤੇ ਉਹ ਦੂਰ ਹੈ ਹੀ ਹੈ ਨੇ, ਉਹਨਾਂ ਤੋਂ ਵੱਡਾ ਮੂਰਖ ਬੰਦਾ ਵੀ ਕੋਈ ਨਹੀਂ ਹੈ। ਚਲੋ, ਤੁਹਾਡਾ ਹੁਣ ਇਹ ਕਹਿਣਾ ਹੈ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਿਤੇ ਡਿਸਕ੍ਰਿਮੀਨੇਸ਼ਨ ਹੋਇਆ, ਕਿਤੇ ਧੱਕਾ ਹੋਇਆ, ਕਿਤੇ ਜ਼ਿਆਦਤੀ ਹੋਈ ਹੈ, ਜਿਹੜਾ ਉੱਚ ਵਰਗ ਸੋ ਕਾਲਡ ਆਪਣੇ ਆਪ ਨੂੰ ਕਹਿੰਦਾ ਹੈ, ਹੇਠਲੇ ਵਰਗ ਦੇ ਨਾਲ ਕਿਤੇ ਧੱਕਾ ਕਰਦਾ, ਉਹ ਨਹੀਂ ਸੀ ਹੋਣਾ ਚਾਹੀਦਾ ਹੈਗਾ ਪਿਛਲੇ ਸਮੇਂ ਦੇ ਵਿੱਚ, ਨਾ ਅੱਗੇ ਹੋਵੇ। ਬਿਲਕੁਲ ਜੀ, ਦੇਖੋ ਜੀ, ਧੱਕਾ ਕਰਦਾ ਸੀਗਾ ਉੱਚ ਵਰਗ ਕਿਸਾਨੀ ਵਾਲਾ। ਅੱਜ ਉਹਦੇ ਤੋਂ ਉੱਤੇ ਨੇ ਜਦੋਂ ਧੱਕਾ ਕੀਤਾ ਤੇ ਚੀਕਾਂ ਵੱਜ ਗਈਆਂ, ਤੇ ਰਗੜਿਆ ਗਰੀਬ ਕਿਸਾਨ ਗਿਆ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਦਰਸ਼ਕ ਵੀ ਸਹਿਮਤ ਹੋਣਗੇ। ਲੇਕਿਨ ਨਦਾਨੀਆਂ ਸੀਗੀਆਂ ਉੱਚ ਵਰਗ ਦੇ ਕਿਸਾਨ ਦੀਆਂ। ਅੱਜ ਯੂਪੀ ਤੇ ਬਿਹਾਰ ਦੇ ਕਿਸਾਨ ਦੀ ਹਾਲਤ ਕੀ ਹੈ, ਗੁਜਰਾਤ ਦੇ ਕਿਸਾਨ ਦੀ ਹਾਲਤ ਕੀ ਹੈ? ਯੂਪੀ ਤੇ ਗੁਜਰਾਤ ਤੇ ਬਿਹਾਰ ਦਾ ਕਿਸਾਨ ਜਿਹੜਾ ਆ, ਉਹ ਦਾਣੇ ਦਾਣੇ ਨੂੰ ਆਤਰ ਹੋਇਆ ਪਿਆ ਆ। ਯੂਪੀ ਤੇ ਬਿਹਾਰ ਦਾ ਕਿਸਾਨ ਅੱਜ ਆਪਣੀਆਂ ਜ਼ਮੀਨਾਂ ਛੱਡ ਕੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਂਦਾ ਆ, ਇੱਥੇ ਆਣ ਕੇ ਮਜ਼ਦੂਰੀ ਕਰਦਾ। ਜਿਹੜੇ ਇਹ ਗੀਤ ਗਾਉਂਦੇ ਸੀਗੇ ਕਿ ਸਾਡਾ ਚੱਲਦਾ ਧੱਕਾ, ਕੁਛ ਇਦਾਂ ਦਾ ਵੀ ਅਸੀਂ ਤਾਂ ਕਰਦੇ, ਉਹ ਗੀਤ ਸੀਗਾ ਜਾਂ ਵਾਕਿਆ ਇੱਕ ਉੱਚ ਵਰਗ ਨੂੰ ਦਰਸਾਉਂਦਾ ਸੀਗਾ ਉਹ ਗੀਤ? ਮੈਂ ਤਾਂ ਇਹ ਕਹੂੰਗਾ ਵੀ ਹੁਣ ਤੇ ਉਹ ਗੀਤ ਗਾਉਣ ਵਾਲੇ ਨੂੰ ਇਹ ਗੱਲ ਕਹੂੰਗਾ ਵੀ ਹੁਣ ਜਿਹੜੇ ਵਰਗ ਦੀ ਤੁਸੀਂ ਗੱਲ ਕਰਦੇ ਸੀ, ਤੁਸੀਂ ਜਿਹੜੇ ਵਰਗ ਨੂੰ ਦੁਨੀਆ 'ਚ ਦਿਖਾ ਕੇ ਸਾਰੇ ਕਿਸਾਨਾਂ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ, ਅੱਜ ਉਸ ਤੋਂ ਉਤਲੇ ਵਰਗ ਨੇ ਤੁਹਾਡੇ ਨਾਲ ਧੱਕਾ ਕਰ ਦਿੱਤਾ ਤੇ ਰਗੜੇ ਗਏ ਵਿਚਾਰੇ ਗਰੀਬ ਕਿਸਾਨ।
ਮਾਰੇ ਗਏ ਗਰੀਬ ਕਿਸਾਨ। ਨੁਕਸਾਨ ਤਾਂ ਸਭ ਤੋਂ ਵੱਧ ਗਰੀਬ ਗਰੀਬ ਕਿਸਾਨ ਦਾ ਹੀ ਨੁਕਸਾਨ ਹੁੰਦਾ ਆ। ਸੋ ਮੈਂ ਅੱਜ ਇਸ ਆਪ ਜੀ ਦੇ ਡੇਲੀ ਪੋਸਟ ਚੈਨਲ ਦੇ ਮਾਧਿਅਮ ਤੋਂ ਪੂਰੇ ਵਿਸ਼ਵ ਦੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਆ ਕਿ ਅੱਜ ਜਿੱਥੇ ਅਸੀਂ ਵਿਪਰਵਾਦੀ ਸਰਕਾਰਾਂ ਦੇ ਨਾਲ ਸੰਘਰਸ਼ ਕਰ ਰਹੇ ਹਾਂ, ਜਿਨ੍ਹਾਂ ਨੇ ਸਾਡੇ ਹੋਂਦ ਵਜੂਦ ਨੂੰ ਖਤਮ ਕਰਨ ਦੇ ਲਈ ਇੱਕ ਤੇ ਆ ਖੇਤੀ ਆਰਡੀਨੈਂਸ ਲਿਆਂਦੇ ਆ ਸੰਗਤ ਜੀ, ਉੱਥੇ ਹੀ ਇਹਨਾਂ ਸਰਕਾਰਾਂ ਨੇ ਸਾਡੇ ਸੰਵਿਧਾਨਿਕ ਮੌਲਿਕ ਫੰਡਾਮੈਂਟਲ ਰਾਈਟਸ ਗਰੀਬਾਂ ਦੇ, ਪਿਛੜਿਆਂ ਦੇ, OBC ਦੇ, SC ਦੇ, ST ਦੇ, ਮਾਈਨੋਰਟੀ ਦੇ, ਉਹ ਸਾਰੇ ਹੱਕ ਇਹਨਾਂ RSS ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਸਰਕਾਰਾਂ ਨੇ ਉਹ ਹੱਕ ਸਾਡੇ ਖੋਹ ਲਏ ਨੇ। 49.5% ਰਿਜ਼ਰਵੇਸ਼ਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਦਿੱਤੀ ਆ। 85% ਲੋਕਾਂ ਦੀ ਰਿਜ਼ਰਵੇਸ਼ਨ 49.5% ਆ। ਇਹਦਾ ਮਤਲਬ ਕੀ ਹੈ ਕਿ ਭਾਰਤ 'ਚ ਜੇ 100% ਲੋਕ ਨੇ ਤੇ 100% ਲੋਕਾਂ ਦੀ ਜਿੰਨੀ ਗਿਣਤੀ ਆ ਉਨੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਲੇਕਿਨ 85% ਲੋਕਾਂ ਦੀ ਰਿਜ਼ਰਵੇਸ਼ਨ 49.5% ਆ, ਜਿਹਦੇ ਚੋਂ ਅਦਰ ਬੈਕਵਰਡ ਕਲਾਸ ਦੀ ਗਿਣਤੀ ਹੈ 52% ਤੇ ਉਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਹੈ ਉਹ ਹੈ 17%। ਅੱਜ ਜਿਹੜਾ ਮੰਡਲ ਕਮਿਸ਼ਨ ਲਿਆਂਦਾ ਗਿਆ ਸੀ, ਉਹ ਮੰਡਲ ਕਮਿਸ਼ਨ ਕਿਸੇ SC ST ਵਾਸਤੇ ਨਹੀਂ ਸੀ, ਉਹ ਮੰਡਲ ਕਮਿਸ਼ਨ ਅਦਰ ਬੈਕਵਰਡ ਕਲਾਸ ਦੇ ਲੋਕਾਂ ਵਾਸਤੇ ਸੀਗਾ ਕਿ ਤੁਸੀਂ ਆਣ ਕੇ ਰਲੋ ਤੇ ਆਪਣੇ ਅਧਿਕਾਰਾਂ ਦੇ ਲਈ ਫਾਈਟ ਕਰੋ। ਅੱਛਾ, ਇੱਕ ਸਵਾਲ ਸੀਗਾ ਕਿ ਸ਼ਾਮਲਾਟ ਜ਼ਮੀਨਾਂ ਦਾ ਕਾਨੂੰਨ ਕੀ ਕਹਿੰਦਾ? ਸ਼ਾਮਲਾਟ ਜ਼ਮੀਨਾਂ ਦਾ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਉਹ SC ਔਰ ST ਦੀ ਜ਼ਮੀਨ ਆ। ਕਿੰਨੇ %? ਤੀਸਰਾ ਹਿੱਸਾ ਆ, ਰਾਈਟ। ਉਹ ਤੀਸਰਾ ਹਿੱਸਾ ਪੰਚਾਇਤੀ ਜ਼ਮੀਨ ਜਿਹੜੀ ਹੈ, ਮੈਂ ਸਭ ਤੋਂ ਵੱਡੀ ਇੱਕ ਉਦਾਹਰਨ ਇੱਥੇ ਦੁਨੀਆ ਨੂੰ ਦੱਸਣਾ ਚਾਹੁੰਦਾ ਆ। ਜਲੂਰ ਪਿੰਡ ਸੰਗਰੂਰ ਦੇ ਕੋਲ ਸੀਗਾ ਜੀ। ਉਸ ਜਲੂਰ ਪਿੰਡ ਦੇ ਵਿੱਚ ਇੱਕ ਮਾਤਾ, ਉਹਨਾਂ ਦਾ ਨਾਮ ਸ਼ਾਇਦ ਗੁਰਪਾਲ ਕੌਰ ਹੈ, ਜਿਨ੍ਹਾਂ ਦੀ ਲੱਤ ਵੱਢ ਦਿੱਤੀ ਗਈ ਸੀ। ਉਹ ਪੰਚਾਇਤੀ ਜ਼ਮੀਨ ਤਾਂ ਕਿ ਇਹ ਜਿਹੜੇ ਹੁਣ ਅੱਜ ਦੇਖੋ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰ ਰਹੇ ਆ, ਲੇਕਿਨ ਪੰਚਾਇਤੀ ਜ਼ਮੀਨ ਜਿਹੜੀ ਆ ਸਾਡਾ ਸੰਵਿਧਾਨਕ ਹੱਕ ਆ। ਤੀਜੇ ਹਿੱਸੇ ਦੀ ਜ਼ਮੀਨ SC ਔਰ SCਆਂ ਦਾ ਹੱਕ ਆ। ਪਰ ਉਹ ਬਾਏ ਨੇਮ ਤਾਂ ਮਿਲਦੀ ਹੋਈ ਆ ਨਾ। ਉਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਆ। ਇੱਥੇ ਕੀ ਹੁੰਦਾ ਆ ਕਿ ਜਿਹੜਾ ਸ਼ੈਤਾਨ ਵਰਗ ਹੈ ਕਿਸਾਨੀ 'ਚ, ਸ਼ੈਤਾਨ ਵਰਗ ਥੋੜਾ ਜਿਹਾ ਉੱਪਰਲੇ ਲੈਵਲ ਦਾ, ਉਹ ਵਰਗ ਕੀ ਕਰਦਾ ਆ, ਆਪਣੇ ਹੀ ਸੀਰੀ ਨੂੰ, ਜਿਹਨੂੰ ਉਹਨੇ ਭੁੱਕੀ ਤੇ ਨਸ਼ੇ ਤੇ ਲਾਇਆ ਹੁੰਦਾ, ਉਹ ਬਿਲਕੁਲ, ਕਿਉਂਕਿ ਜਿਹੜਾ ਉਹ ਸੀਰੀ ਹੈ SC ਸਮਾਜ ਦਾ, ਉਹ ਟੁੱਕੜ ਬੋਝ ਹੁੰਦਾ ਆ ਸ਼ਰਾਬ ਦੀ ਗਲਾਸੀ ਤੇ ਵਿਕਣ ਵਾਲਾ ਜਾਂ ਇੱਕ ਕਾਰਡ ਭੁੱਕੀ ਵਾਲਾ, ਉਹਦੇ ਨਾਮ ਵਰਤੇ ਜਾਂਦਾ, ਉਹਦਾ ਨਾਮ ਵਰਤ ਕੇ, ਚਾਹੇ ਉਹ ਪੰਚਾਇਤੀ ਚੋਣਾਂ ਨੇ, ਜੇ ਕੋਈ ਪਿੰਡ ਰਿਜ਼ਰਵ ਆ, ਉਹ ਪੰਚਾਇਤੀ ਚੋਣਾਂ ਨੇ, ਚਾਹੇ ਉਹ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਹੈ, ਉਹਦੇ ਕੋਲੋਂ ਬੋਲੀ ਕਰਵਾ ਕੇ ਤੇ ਪਿੱਛੋਂ ਵਾਹੁੰਦਾ ਜਿਹੜਾ ਆ ਉਹ ਸ਼ੈਤਾਨ ਵਰਗ ਵਾਹੁੰਦਾ ਆ। ਜਿਹੜੇ SC ਨੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਉਹ ਜਿਹੜੀ ਸ਼ਾਮਲਾਟ ਜ਼ਮੀਨ 33% ਮਿਲਣੀ ਚਾਹੀਦੀ ਹੈ ਠੇਕੇ ਤੇ, ਉਹ ਨਹੀਂ ਮਿਲਦੀ ਹੈਗੀ? ਨਹੀਂ ਮਿਲਦੀ ਸਰ। 12,784 ਪਿੰਡ ਨੇ। ਅਗਰ ਆਪਾਂ ਇੱਕ ਸਰਵੇ ਕਰ ਲਵਾਂਗੇ ਤੇ ਹਰ ਪਿੰਡ ਦੇ ਵਿੱਚੋਂ ਹਾਂ ਦਾ ਨਾਰਾ ਵੱਜੇਗਾ, ਹਰ ਪਿੰਡ ਦੇ ਵਿੱਚੋਂ ਹਾਂ ਦਾ ਨਾਰਾ ਵੱਜੇਗਾ। ਜੇ ਮੈਂ ਕਹਿੰਦਾ ਵੀ ਇਹ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ, SC ਮਜ਼ਦੂਰਾਂ ਨੂੰ, ਹੁਣ ਇੱਥੇ ਆਣ ਕੇ ਮੈਨੂੰ ਐਸੀ ਗੱਲ ਕਰਨੀ ਪਊਗੀ ਕਿਉਂਕਿ ਉਹਨਾਂ ਦਾ ਸੰਵਿਧਾਨਿਕ ਹੱਕ ਹੈ, ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ ਹੈ। ਜੇ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਮਿਲ ਜਾਵੇ ਤੇ ਫਿਰ ਆਹ ਮਤੇ ਪਾਉਣ ਵਾਲੇ ਜਿਹੜੇ ਨੇ, ਇਹਨਾਂ ਦੀ ਔਕਾਤ ਹੈ ਮਤੇ ਪਾ ਲੈਣਗੇ। ਉਹ ਫਿਰ ਮਜ਼ਦੂਰ ਜਿਹੜਾ ਆ ਜ਼ਰੂਰੀ ਉਹ ਇਹਨਾਂ ਦੇ ਖੇਤਾਂ ਦੇ ਵਿੱਚ ਧੱਕੇ ਦੇ ਨਾਲ ਝੋਨਾ ਲਵਾਊਗਾ, ਅਗਲਾ ਤੀਜੇ ਹਿੱਸੇ ਦੀ ਜ਼ਮੀਨ ਆਪਣਾ ਝੋਨਾ ਲਾਊਗਾ। ਸੰਗਰੂਰ ਦੇ ਕੋਲ ਇੱਕ ਪਿੰਡ ਆ, ਤੀਜੇ ਹਿੱਸੇ ਦੀ ਜ਼ਮੀਨ ਆ, ਉਹਦੇ 'ਚ ਰਵਿਦਾਸੀ ਤੇ ਮਜ਼੍ਹਬੀ ਸਿੱਖਾਂ ਨੇ, ਮਤਲਬ ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀਆਂ ਹੁਣ ਦੁਨਿਆਵੀ ਰੋਹ ਰਸਮਾਂ ਬਣੀਆਂ ਉੱਥੇ ਉਹਨਾਂ ਨੇ ਤੀਜੇ ਹਿੱਸੇ ਦੀ ਜ਼ਮੀਨ ਦੇ ਵਿੱਚ ਮੈਂ ਕਹਿੰਦਾ ਜੀ ਕਣਕ ਬੀਜ ਕੇ ਆਪਣੇ ਸਾਰੇ ਪਿੰਡ ਦੇ ਆਪਣੇ ਲੋਕਾਂ ਨੂੰ ਕਣਕ ਵੰਡ ਦਿੱਤੀ ਆ। ਵਾਹੁਣਾ ਚਾਹੁੰਦੇ ਨੇ ਜਿਹੜੇ SC ਲੋਕ ਨੇ, ਉਹ ਵਾਹੁਣਾ ਚਾਹੁੰਦੇ ਨੇ ਤੀਜੇ ਹਿੱਸੇ ਦੀ ਸ਼ਾਮਲਾਟ ਜ਼ਮੀਨ, ਉਹਨਾਂ ਕੋਲੇ ਸੰਦ ਨੇ, ਔਜ਼ਾਰ ਨੇ ਸਾਰੇ ਉਸ ਤਰ੍ਹਾਂ। ਸਰ ਖੇਤੀ ਕਰਦੇ ਹੀ ਕਿਰਤੀ ਲੋਕ ਨੇ, ਤੇ ਫਿਰ ਜੇ ਅੱਜ ਉਹ 350 ਰੁਪਇਆ ਦਿਹਾੜੀ ਦੇ ਉੱਤੇ ਜਾਂ 300 ਰੁਪਇਆ ਦਿਹਾੜੀ ਦੇ ਉੱਤੇ ਜਾਂ 250 ਰੁਪਇਆ ਦਿਹਾੜੀ, ਜੋ ਵੀ ਦਿਹਾੜੀ ਉਹਨੂੰ ਮਿਲਦੀ ਆ, ਜੇ ਉਹ ਦਿਹਾੜੀ ਦੇ ਉੱਤੇ ਕਿਰਤ ਕਰ ਰਿਹਾ, ਉਹੀ ਕਿਰਤ ਉਹ ਆਪਣੇ ਲਈ ਕਰੂਗਾ ਤੇ ਉਹ ਸਾਰਾ ਕੁਝ
ਅੱਛਾ, ਕਈ ਵਾਰ ਇਸ ਤਰ੍ਹਾਂ ਅਨਾਉਂਸਮੈਂਟਾਂ ਹੋਈਆਂ ਨੇ ਕਿ ਖੇਤਾਂ 'ਚ ਨਾ ਵੜਨ ਦਿਓ, ਬਾਈਕਾਟ ਕਰੋ, ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਹੋਈਆਂ? ਬਿਲਕੁਲ ਜੀ, ਬਹੁਤ ਸਾਰੀਆਂ। ਮੈਂ ਸੰਗਤ ਨੂੰ ਇੱਥੇ ਕਹਿਣਾ ਚਾਹੂੰਗਾ ਕਿ ਤੁਸੀਂ YouTube ਦੇ ਉੱਤੇ ਸਰਚ ਮਾਰੋ ਵੀ ਕਿਹੜੇ ਪਿੰਡ ਦੇ ਵਿੱਚ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟਾਂ ਕਰ ਰਹੇ ਆ। ਗੁਰੂ ਘਰਾਂ ਦੇ ਵਿੱਚੋਂ ਆ ਸ੍ਰੀ ਸਾਹਿਬ ਗਾਤਰੇ ਪਾਏ ਹੋਏ ਉੱਚ ਵਰਗ ਤੇ ਕਿਸਾਨੀ ਵਾਲੇ ਲੋਕ, ਮੈਂ ਵੀਰ ਜੀ ਨੂੰ ਕਹਿਣਾ ਚਾਹੂੰਗਾ ਮਾੜਾ ਜਿਹਾ ਸ੍ਰੀ ਸਾਹਿਬ ਜ਼ਰੂਰ ਦਿਖਾ ਦਿਓ ਸੰਗਤ ਨੂੰ। ਇਹ ਸ੍ਰੀ ਸਾਹਿਬ ਪਾ ਕੇ ਗੁਰੂ ਘਰਾਂ ਦੇ ਵਿੱਚੋਂ ਮਾਈਕ ਦੇ ਵਿੱਚੋਂ ਪੂਰੇ ਪਿੰਡ ਦੀ ਜਿਵੇਂ ਆਮ ਅਨਾਉਂਸਮੈਂਟ ਹੁੰਦੀ ਆ, ਅਨਾਉਂਸਮੈਂਟ ਕੀਤੀ ਜਾਂਦੀ ਹੈ। ਇੱਕ ਕੇਸ ਦੇ ਵਿੱਚ ਕਿਸੇ ਬੱਚੇ ਨੂੰ ਕਿਸੇ ਉੱਚ ਵਰਗ ਨੇ ਟੱਕਰ ਮਾਰ ਦਿੱਤੀ, ਉਹਦੀ ਰੀੜ੍ਹ ਦੀ ਹੱਡੀ ਟੁੱਟ ਗਈ, ਉਹਦਾ ਸਰੀਰ ਦਾ ਅੰਗ ਟੁੱਟ ਗਏ। ਉਹ ਗਰੀਬ ਬੰਦਾ ਸੀਗਾ, ਉਹ ਹੁਣ ਉਹਦਾ ਇਲਾਜ ਕਰਨ ਵਾਸਤੇ ਉਹ ਉੱਚ ਵਰਗ ਵਾਲਾ ਪੈਸੇ ਨਹੀਂ ਦੇ ਰਿਹਾ ਸੀਗਾ, ਤੇ ਫਿਰ ਉਹਨਾਂ ਨੇ ਕਿਹਾ ਵੀ ਰਾਜੀਨਾਮਾ ਕਰ ਲਓ, ਨਹੀਂ ਤਾਂ ਤੁਹਾਡੀ ਪੂਰੀ ਬਰਾਦਰੀ ਦਾ ਬਾਈਕਾਟ ਹੋਊਗਾ। ਸੰਗਤ ਜੀ, ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਸਾਡਾ ਇੱਕ ਦਰਦ ਆ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ। ਅੱਜ ਵੀ ਅਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੀ ਗੱਲ ਕਰਦੇ ਆ। ਮੈਂ ਉਹੀ ਪੁੱਛਦਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਸ਼ਾਮਲਾਟ ਜ਼ਮੀਨਾਂ ਪਿੰਡਾਂ ਦੇ ਵਿੱਚ ਲੈਣ ਨਹੀਂ ਦਿੰਦੇ ਹੈਗੇ ਐਸਸੀ ਵਰਗ ਨੂੰ, ਉਹ ਕੌਣ ਨਹੀਂ ਲੈਣ ਦਿੰਦਾ? ਦੇਖੋ ਜੀ, ਮੈਂ ਤੇ ਉਹਨਾਂ ਨੂੰ ਇਹੀ ਕਹੂੰਗਾ ਕਿ ਉਹ ਉੱਚ ਵਰਗ ਦੇ ਸ਼ੈਤਾਨ ਲੋਕ ਜਿਹੜੇ ਗਾਣਿਆਂ 'ਚ ਜਾਂ ਫਿਲਮਾਂ 'ਚ ਤੁਸੀਂ ਜਾਤਾਂ ਦੀ ਬੜਕ ਮਾਰਦੇ ਦੇਖੇ ਹੋਗੇ, ਮੈਂ ਉਹ ਹੁਣ ਨਾਮ ਨਹੀਂ ਲਊਂਗਾ। ਫਿਰ ਮੈਂ ਜਦੋਂ ਨਾਮ ਲੈਣਾ ਆ ਤੇ ਫਿਰ ਜਿਹੜੇ ਮੇਰੇ ਚੰਗੀ ਸੋਚ ਵਾਲੇ ਮੇਰੇ ਬਹੁਤ ਦੋਸਤ ਮਿੱਤਰ ਮੇਰੇ ਵੀਰ ਮੇਰੇ ਨਾਲ ਪੜ੍ਹਦੇ ਰਹੇ ਆ, ਫਿਰ ਉਹ ਗੁੱਸਾ ਕਰ ਜਾਂਦੇ ਵੀ ਡਾਕਟਰ ਸਾਹਿਬ ਤੂੰ ਯਾਰ ਸਭ ਨੂੰ ਰਗੜ ਦਿੰਦਾ। ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੁੰਦਾ ਵੀ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ ਆ। ਮੈਨੂੰ ਸਿਰਫ ਇਸ ਗੱਲ ਦਾ ਇਤਰਾਜ਼ ਆ ਵੀ ਉਹੀ ਵਰਗ ਜਿਹੜਾ ਗਾਣਿਆਂ 'ਚ ਬੜਕਾ ਮਾਰਦਾ ਸੀ ਜਾਂ ਜਿਹੜਾ ਫਿਲਮਾਂ ਦੇ ਵਿੱਚ ਬੜਕਾ ਮਾਰਦਾ ਹੁੰਦਾ ਸੀ, ਅੱਜ ਉਹ ਕਿਸਾਨ ਬਣਿਆ ਪਿਆ। ਆ ਬੜੇ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਜੀ ਨੇ, ਯੋਗਰਾਜ ਸਿੰਘ ਜੀ, ਉਹ ਅਕਸਰ ਆਪਣਾ ਇੰਟਰੋਡਕਸ਼ਨ ਦਿੰਦੇ ਆ, ਮੈਨੂੰ ਬੜੀ ਖੁਸ਼ੀ ਹੁੰਦੀ ਆ। ਉਹ ਅਕਸਰ ਆਪਣਾ ਇੰਟਰੋਡਕਸ਼ਨ ਦਿੰਦੇ ਆ ਕਿ ਮੈਂ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ। ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਯੋਗਰਾਜ ਜੀ, ਤੁਸੀਂ ਜਿਹੜੇ ਉਮਰ ਦੇ ਜਿਹੜੇ ਪੜਾਅ ਦੇ ਵਿੱਚ ਹੋ, ਤੁਸੀਂ ਬੜੇ ਸਤਿਕਾਰਯੋਗ ਹੋ। ਤੁਹਾਨੂੰ ਇਹ ਕਹਿਣਾ ਚਾਹੀਦਾ ਆ ਕਿ ਮੈਂ ਯੋਗਰਾਜ ਸਿੰਘ ਸੁਪੁੱਤਰ ਕਲਗੀਧਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬੋਲ ਰਿਹਾ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਦੋਂ ਬਣੋਗੇ? ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਹਿੱਕ ਠੋਕ ਕੇ ਕਹਿੰਦਾ, ਤੇ ਰੰਗਰੇਟਾ ਹਰ ਇੱਕ ਰੰਗਰੇਟਾ ਗੁਰੂ ਕਾ ਬੇਟਾ ਹਿੱਕ ਠੋਕ ਕੇ ਕਹਿੰਦਾ ਕਿ ਮੈਂ ਕਲਗੀਧਰ ਦਾ ਪਿਤਾ ਉਹ ਆ। ਇੱਕ ਗੱਲ ਵਿੱਚ ਮੈਂ ਦੱਸਣਾ ਚਾਹੁੰਦਾ ਆ। ਮੈਂ 3-4 ਮੈਨੂੰ ਕਿਸੇ ਨੇ ਕਲਿੱਪਾਂ ਭੇਜੀਆਂ ਵੀ ਯੋਗਰਾਜ ਜੀ ਕਿਸਾਨਾਂ ਦੇ ਨਾਲ ਖੜ ਰਹੇ ਆ, ਬਹੁਤ ਵਧੀਆ ਗੱਲ ਆ। ਅਸੀਂ ਕਿਸਾਨਾਂ ਦੇ ਨਾਲ ਆ। ਮੈਂ ਖੁਦ ਕਿਸਾਨ ਮਜ਼ਦੂਰ ਦਾ ਪੁੱਤ ਆ, ਮਜ਼ਦੂਰ ਕਿਸਾਨ ਦਾ ਪੁੱਤ ਆ। ਯੋਗਰਾਜ ਜੀ ਨੂੰ ਮੈਂ ਅੱਜ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਸਾਰੀ ਜ਼ਿੰਦਗੀ ਫਿਲਮਾਂ ਦੇ ਵਿੱਚ ਕਿਸਾਨਾਂ ਦਾ ਇੱਕ ਨੈਗੇਟਿਵ ਕਿਰਦਾਰ ਨਿਭਾਇਆ। ਅੱਜ ਤੁਸੀਂ ਸਟੇਜਾਂ ਦੇ ਉੱਤੇ ਜਿਹੜੀ ਸੰਗਤ ਮੰਡੀਰ ਸਾਹਮਣੇ ਬੈਠੀ ਆ, ਜਿਨ੍ਹਾਂ ਦਾ ਅਕਸ, ਜਿਨ੍ਹਾਂ ਦੇ ਹੱਥਾਂ 'ਚ ਹਥਿਆਰ ਜਾਂ ਜਿਨ੍ਹਾਂ ਨੂੰ ਫੁਕਰ ਪੁਣੇ 'ਚ ਜਾਂ ਜਿਨ੍ਹਾਂ ਨੂੰ ਤੁਸੀਂ ਵੈਲੀ ਪੁਣੇ 'ਚ ਧਕੇਲਿਆ, ਸਾਰੀ ਜ਼ਿੰਦਗੀ ਦੀ ਤੁਹਾਡੀ ਕਮਾਈ ਜਿਹੜੀ ਹੈ, ਅੱਜ ਤੁਸੀਂ ਉਹਨਾਂ ਨੂੰ ਆਪਣੇ ਸਿੰਘਾਂ ਦੇ ਸ਼ਹੀਦਾਂ ਦੀਆਂ ਉਦਾਹਰਨਾਂ ਦੇ ਦੇ ਕੇ ਤੁਸੀਂ ਸਮਝਾ ਰਹੇ ਹੋ। ਉਹੀ ਬੰਦਾ ਉਸ ਰਾਹ ਦੇ ਉੱਤੇ ਪਾ ਸਕਦਾ ਜਿਹੜਾ ਉਸ ਰਾਹ ਦੇ ਉੱਤੇ ਤੁਰੇ। ਮੇਰੇ ਸਿਰ ਪਰ ਉਹ ਤਾਂ ਕਿਰਦਾਰ ਨੇ ਨਾ, ਫਿਲਮਾਂ 'ਚ ਕੋਈ ਵੀ ਨਿਭਾ ਸਕਦਾ। ਸਰ, ਮੈਂ ਉਹ ਜ਼ਿੰਦਗੀ 'ਚ ਕਦੀ ਕਿਰਦਾਰ ਨਹੀਂ ਕਰੂੰਗਾ। ਮੇਰੀਆਂ ਟਿਕਟੋਕ ਦੇ ਉੱਤੇ ਕੁਛ, ਚਲੋ ਮੇਰਾ ਹੁਲੀਆ ਜਾਂ ਮੇਰੀਆਂ ਸਲੋ ਮੋਸ਼ਨ ਦੇ ਵਿੱਚ ਵੀਡੀਓ ਬਣਦੀਆਂ। ਹਰ ਬੰਦੇ ਨੂੰ ਕਈ ਵਾਰੀ ਸ਼ੌਂਕ ਹੁੰਦਾ। ਜਦੋਂ ਮੈਂ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਸੀ, ਉਸ ਤੋਂ ਪਹਿਲਾਂ ਅਸੀਂ ਵੀ ਥੋੜ੍ਹੀਆਂ ਜਿਹੀਆਂ ਮੂਰਖਤਾਵਾਂ ਕਰਦੇ ਹੀ ਰਹੇ ਹਾਂ। ਮੈਨੂੰ ਕਈ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਰੋਲ ਮਿਲੇ। ਬੇਸ਼ੱਕ ਮੇਰਾ ਕੱਦ ਨਹੀਂ, ਸ਼ਕਲ ਨਹੀਂ, ਸੁਰਤ ਨਹੀਂ, ਦੇਖੋ ਕੱਦ ਕਾਠ ਨਹੀਂ ਦੇਖਿਆ ਜਾਂਦਾ, ਉਹਦੇ ਵਿੱਚ ਕਿਰਦਾਰ ਦੇਖਿਆ ਜਾਂਦਾ ਬੰਦੇ ਦਾ। ਮੈਨੂੰ ਮਿਲੇ, ਪਰ ਮੈਂ ਉਹ ਕਿਰਦਾਰ ਕਦੇ ਵੀ ਨਿਭਾ ਨਹੀਂ ਸਕਦਾ ਜਿਹਦੇ ਨਾਲ ਮੇਰੇ ਪੰਜਾਬ ਦੀ, ਮੇਰੇ ਭਾਰਤ ਦੀ ਨੌਜਵਾਨੀ ਨੂੰ ਕੋਈ ਗਲਤ ਸੰਦੇਸ਼ ਮਿਲੇ। ਮੈਂ ਉਹ ਕਿਰਦਾਰ ਨਿਭਾਊਂਗਾ। ਠੀਕ ਹੈ, ਚਲੋ ਤੁਹਾਡੀ ਗੱਲ ਮੰਨ ਲਈ ਆ। ਪਰ ਇਸ ਵੇਲੇ ਦੇਖੋ, ਜੇ ਕਲਾਕਾਰ ਨਾਲ ਖੜ ਰਹੇ ਨੇ, ਕਿਸਾਨਾਂ ਦੇ ਹੋਰ ਵਰਗ ਖੜ ਰਹੇ ਨੇ, ਤਾਂ ਉਹ ਸਹੀ ਹੈ। ਤੇ ਅੱਜ ਤੁਸੀਂ ਜਿਹੜੀ ਵਖਰੇਵੇਂ ਦੀ ਗੱਲ ਕਰਦੇ ਹੋ, ਸ਼ਾਇਦ ਅੱਜ ਟਾਈਮਿੰਗ ਸਹੀ ਨਹੀਂ ਹੈਗੀ। ਨਹੀਂ, ਮੈਂ ਵਖਰੇਵੇਂ ਦੀ ਗੱਲ ਤਾਂ ਕੋਈ ਕਰ ਹੀ ਨਹੀਂ ਰਿਹਾ। ਨਹੀਂ, ਤੁਸੀਂ ਯਾਦ ਕਰਾਉਂਦੇ ਹੋ ਨਾ ਕਿ ਮਜ਼ਦੂਰਾਂ ਨਾਲ ਧੱਕਾ ਉਸ ਵੇਲੇ ਹੋਇਆ, ਤੁਸੀਂ ਅੱਜ ਯਾਦ ਕਰਾ ਰਹੇ ਹੋ ਕਿਸਾਨਾਂ ਨਾਲ ਕਿ ਅੱਜ ਜਿਹੜੀ ਗੱਲ ਅੱਜ ਜਿਹੜੇ ਵਰਗ ਨਾਲ ਧੱਕਾ ਹੋ ਰਿਹਾ, ਉਹ ਵੀ ਕਿਸੇ ਟਾਈਮ ਕਿਸੇ ਨਾਲ ਧੱਕਾ ਕਰਦੇ ਨੇ। ਬਿਲਕੁਲ, ਜਿਹੜੇ ਵਰਗ ਦੇ ਨਾਲ ਅੱਜ ਧੱਕਾ ਹੋ ਰਿਹਾ ਉਹ ਸਾਰੇ ਵਰਗ ਦੀ ਮੈਂ ਗੱਲ ਨਹੀਂ ਕਰਦਾ, ਕਿਉਂਕਿ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਗਰੀਬ ਕਿਸਾਨਾਂ ਨੂੰ ਪਈ ਆ, ਬੇਜ਼ਮੀਨੇ ਕਿਸਾਨਾਂ ਨੂੰ ਪਈ ਆ, ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਮਾਰ ਪਈ ਆ। ਲੇਕਿਨ ਸ਼ੈਤਾਨੀ ਹਰਕਤਾਂ ਕਰਦਾ ਰਿਹਾ ਆ ਅਪਰ ਕਲਾਸ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ, ਫੇਰ ਦੁਬਾਰਾ ਸ਼ਾਮਲਾਟ ਜ਼ਮੀਨਾਂ ਦੀ ਬੋਲੀ ਹੋਣੀ ਹੈ, ਪਿੰਡਾਂ ਦੇ ਵਿੱਚ ਫੇਰ ਸਾਰਾ ਕੁਝ ਇਹੋ ਜਿਹਾ ਮਾਹੌਲ ਬਣਨਾ, ਜਿਹੜਾ ਹੱਕ ਹੈ ਜਿਹਦਾ ਉਹਨੂੰ ਮਿਲਣਾ ਚਾਹੀਦਾ। ਬਿਲਕੁਲ ਜੀ,
ਅੱਜ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਣ ਵਾਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਹੁਣ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਤੀਜੇ ਹਿੱਸੇ ਜ਼ਮੀਨਾਂ ਦੀ ਜਦੋਂ ਬੋਲੀ ਹੋਊਗੀ ਨਾ, ਤੇ ਉਦੋਂ ਇੱਕ CCTV ਕੈਮਰਾ ਥਰਡ ਆਈ ਕੋਈ ਨਾ ਕੋਈ ਆਪਣਾ ਲਾ ਕੇ ਰੱਖਿਓ। ਤੁਸੀਂ 30 ਕਿਸਾਨ ਜਥੇਬੰਦੀਆਂ ਤੇ ਨੁਮਾਇੰਦੇ ਹੋ, ਤੁਸੀਂ ਬੜੇ ਸਤਿਕਾਰਯੋਗ ਹੋ। ਅੱਜ ਤੁਸੀਂ ਬੜਾ ਵੱਡਾ ਇੱਕ ਸੰਘਰਸ਼ ਵਿੱਢਿਆ ਆ, ਪਰ ਤੁਸੀਂ ਇਹ ਸੰਘਰਸ਼ ਤੇ ਚਲੋ ਜੋ ਵਿੱਢਿਆ ਆ ਬੜਾ, ਉਹਦੇ ਵਿੱਚ ਸਾਡੇ ਸਾਰੇ ਲੋਕ ਆਪ ਜੀ ਦੇ ਨਾਲ ਆ, ਮਜ਼ਦੂਰ ਵਰਗ ਸਾਰਾ ਤੁਹਾਡੇ ਨਾਲ ਆ, ਇਸ ਟਾਈਮ ਸਾਥ ਵੀ ਦੇ ਰਿਹਾ ਆ। ਪਰ ਤੁਸੀਂ ਜਦੋਂ ਹੁਣ ਪੰਚਾਇਤੀ ਜ਼ਮੀਨਾਂ ਦੀ ਬੋਲੀ ਹੋਣੀ ਆ ਤੇ ਉਸ ਟਾਈਮ ਦੇ ਉੱਤੇ ਇਹ ਨਿਗਾਹ 'ਚ ਜ਼ਰੂਰ ਰੱਖਿਓ ਵੀ ਕਿਆ ਉਹ ਵਾਕਿਆ 'ਚ ਮਜ਼ਦੂਰ ਵਰਗ ਨੂੰ ਜਾ ਰਹੀ ਆ, ਐਸੀ ਕਮਿਊਨਿਟੀ ਜਿਨ੍ਹਾਂ ਦਾ ਸੰਵਿਧਾਨਿਕ ਅਧਿਕਾਰ ਆ, ਕਿਆ ਉਹਨਾਂ ਦੇ ਹੱਕ ਦੇ ਵਿੱਚ ਜਾ ਰਹੀ ਆ, ਕਿਆ ਉਹਨਾਂ ਨੂੰ ਮਿਲ ਰਹੀ ਹੈ ਜ਼ਮੀਨ। ਡਾਕਟਰ ਸਾਹਿਬ, ਤੁਸੀਂ ਇਹ ਵੀ ਪੋਸਟਾਂ ਪਾਉਂਦੇ ਰਹੇ ਕਿ ਤੁਗਲਕਾਬਾਦ ਦਾ ਜਦੋਂ ਹੋਇਆ ਸਾਰਾ ਘਟਨਾਕ੍ਰਮ ਤਾਂ ਸਾਰੇ ਇਕੱਠੇ ਹੋ ਕੇ ਵਰਗ ਨੇ ਬੰਦ ਕਰਿਆ, ਭਾਰਤ ਬੰਦ ਦਾ ਵੀ ਸੱਦਾ ਦਿੱਤਾ, ਬਹੁਤ ਕੁਝ ਹੋਇਆ, ਕਿ ਉਹਦੇ ਵਿੱਚ ਜਿਹੜੇ ਉੱਚ ਵਰਗ ਹੈ ਜਾਂ ਹੁਣ ਜਿਹੜਾ ਅੱਜ ਧਰਨੇ ਪ੍ਰਦਰਸ਼ਨ ਕਰ ਰਿਹਾ ਉਹਨੇ ਸਾਥ ਨਹੀਂ ਦਿੱਤਾ ਹੈਗਾ। ਇਹ ਤੁਸੀਂ ਕਿਉਂ ਕਹਿ ਰਹੇ ਹੋ? ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਕਹਿ ਰਹੇ ਹੋ। ਨਹੀਂ, ਤੁਸੀਂ ਪੋਸਟਾਂ ਪਾਉਂਦੇ ਹੋ ਨਾ। ਦੇਖੋ, ਮੈਂ ਪੋਸਟਾਂ ਜਦੋਂ ਵੀ ਕੋਈ ਪਾਉਣਾ ਆ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ, ਇੱਕ ਦਰਦ ਛੁਪਿਆ ਹੁੰਦਾ ਆ ਸਾਡਾ। ਸੋਸ਼ਲ ਮੀਡੀਆ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਵਰਗੇ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੀ ਇਸ ਪਲੇਟਫਾਰਮ ਦੇ ਉੱਤੇ ਆਪਣੇ ਦਿਲ ਦੇ ਦਰਦ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਲਈ ਪ੍ਰਯਾਸ ਕਰਦੇ ਰਹਿੰਦੇ ਹੋ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਉਹ ਜਿਹੜੀਆਂ ਮੈਂ ਪੋਸਟਾਂ ਪਾਉਣਾ ਆ ਉਹਦੇ ਵਿੱਚ ਮੈਂ ਆਪਣਾ ਇੱਕ ਦਰਦ, ਆਹੀ ਜਿਹੜੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਆ, ਮੈਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਨੀਲੇ ਝੰਡੇ ਚੁੱਕ ਕੇ ਗਰੀਬਾਂ ਦਾ ਅੰਦੋਲਨ, ਨੀਲਾ ਝੰਡਾ, ਉਹ ਸਾਰੇ ਦਾ ਸਾਰਾ ਤੁਸੀਂ ਦੁਆਬੇ 'ਚ ਜਾ ਕੇ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤੇ ਆ। ਬਹੁਜਨ ਸਮਾਜ ਪਾਰਟੀ ਸਰਦਾਰ ਜਸਵੀਰ ਸਿੰਘ ਗੜੀ, ਉਹ ਉਹਨਾਂ ਦੀ ਰਹਿਨੁਮਾਈ ਹੇਠ ਕਿੰਨੇ ਲੋਕਾਂ ਨੇ ਕਿੱਥੇ ਕਿੱਥੇ ਧਰਨੇ ਲਾਏ ਆ। ਫਿਰ ਲਾਲ ਝੰਡਾ ਜਿਹੜਾ ਲੇਬਰ ਵਾਲਿਆਂ ਦਾ ਆ, ਕਿਰਤੀਆਂ ਦਾ ਆ, ਉਹ ਲਾਲ ਝੰਡੇ ਵਾਲੇ ਲੋਕ ਸਾਰੇ ਨਾਲ ਨੇ। ਤੇ ਜਿਹੜਾ ਤੁਗਲਕਾਬਾਦ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਉਹ ਪਵਿੱਤਰ ਅਸਥਾਨ ਢਾਇਆ ਗਿਆ ਸੀ, ਸਤਿਗੁਰੂ ਰਵਿਦਾਸ ਜੀ ਮਹਾਰਾਜ ਤੇ ਗੁਰਬਾਣੀ ਦੇ ਅੰਦਰ ਵਿਰਾਜਮਾਨ ਨੇ। ਇਕੱਲੇ ਉਹ ਲਾਲ ਝੰਡੇ ਤੇ ਨੀਲੇ ਝੰਡਿਆਂ ਵਾਲੇ ਵਾਸਤੇ ਤਾਂ ਨਹੀਂ ਹੈਗੇ, ਪਰ ਜਿਹੜੇ ਲੋਕ ਲਾਲ ਝੰਡੇ ਤੇ ਨੀਲੇ ਝੰਡਿਆਂ ਨੂੰ ਹੁਣ ਜ਼ਰੂਰਤ ਪੈਣ ਦੇ ਉੱਤੇ ਨਾਲ ਰੱਖ ਰਹੇ ਆ ਤੇ ਸਮਾਂ ਆਉਣ ਦੇ ਉੱਤੇ ਉਹਨਾਂ ਨੂੰ ਇਗਨੋਰ ਕਰਦੇ ਆ, ਉਹ ਲੋਕਾਂ ਤੱਕ ਮੈਂ ਇਹ ਗੱਲ ਪਹੁੰਚਾਉਣਾ ਚਾਹੁੰਦਾ ਸੀ ਵੀ ਤੁਗਲਕਾਬਾਦ ਦੇ ਵਿੱਚ ਲੱਖਾਂ ਦੀ ਭੀੜ ਇਕੱਠੀ ਹੋਈ। ਇੱਕ ਵੀ ਇਹਨਾਂ 30 ਜਥੇਬੰਦੀਆਂ ਦੇ ਵਿੱਚੋਂ ਇੱਕ ਵੀ ਜਥੇਬੰਦੀ ਦੱਸ ਦੇਵੋ ਕਿਹੜੀ ਤੁਗਲਕਾਬਾਦ ਉੱਥੇ ਪਹੁੰਚੀ ਸੀ? ਕਿਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰਬਾਣੀ 'ਚ ਵਿਰਾਜਮਾਨ ਇਹਨਾਂ ਦੇ ਕੁਛ ਨਹੀਂ ਲੱਗਦੇ? ਠੀਕ ਹੈ ਜੀ, ਸੋ ਸਾਥ ਦੇਣਾ ਚਾਹੀਦਾ, ਸਾਥ ਦੇਣਾ ਚਾਹੀਦਾ ਆ। ਲਾਸਟ 'ਚ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਸੰਘਰਸ਼ ਹੈ ਇਹਦੇ ਵਿੱਚ ਮਜ਼ਦੂਰ ਸਾਥ ਦੇ ਰਹੇ ਨੇ, ਦੇਣਗੇ ਵੀ, ਤੇ ਭਵਿੱਖ ਦੇ ਵਿੱਚ ਕਿਹੋ ਜਿਹੀ ਤਸਵੀਰ ਹੋਵੇ ਪੰਜਾਬ ਦੀ? ਦੇਖੋ ਜੀ, ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਜਿੱਥੇ ਜਿੱਥੇ ਧੱਕਾ ਚਲਾਉਣਾ ਸੀ, ਗੁਜਰਾਤ 'ਚ, ਬਿਹਾਰ 'ਚ ਤੇ ਯੂਪੀ ਦੇ ਵਿੱਚ, ਉਹਨਾਂ ਨੇ ਉੱਥੇ ਦੇ ਕਿਸਾਨਾਂ ਨੂੰ ਤੇ ਉਜਾੜ ਕੇ ਰੱਖ ਦਿੱਤਾ ਇੱਕ ਤਰ੍ਹਾਂ ਦਾ, ਉਹਨਾਂ ਦੀਆਂ ਜ਼ਮੀਨਾਂ ਲਈਆਂ ਖੋਹ। ਤੇ ਭਾਈ ਕੇਂਦਰ ਸਰਕਾਰ ਦਾ ਅਗਰ ਕੋਈ ਨੁਮਾਇੰਦਾ ਪੰਜਾਬੀ ਸਮਝਦਾ ਹੋਵੇ ਤੇ ਪੰਜਾਬੀ 'ਚ ਇੱਕ ਗੱਲ ਕੰਨ ਖੋਲ ਕੇ ਸੁਣ ਲਿਓ, ਤੇ ਵਿੱਚ ਹੀ RSS ਇਹ ਗੱਲ ਕੰਨ ਖੋਲ ਕੇ ਸੁਣ ਲਿਓ, ਤੁਸੀਂ ਉਸ ਧਰਤੀ ਨੂੰ ਹੁਣ ਵੰਗਾਰਿਆ ਆ ਜਿਹੜੀ ਧਰਤੀ ਗੋਰਿਆਂ ਦੇ ਟਾਈਮ ਤੇ ਵੀ ਜਾਂ ਮੁਗਲਾਂ ਦੇ ਟਾਈਮ ਤੇ ਵੀ ਸਭ ਤੋਂ ਬਾਅਦ 'ਚ ਗੁਲਾਮ ਹੁੰਦੀ ਰਹੀ ਹੈ। ਤੇ ਅੱਜ ਇਹ ਯਾਦ ਰੱਖਿਓ, ਕਿਉਂਕਿ ਸਾਡੀਆਂ ਆਪਸ 'ਚ ਪੰਜਾਬ ਦੇ ਲੋਕ, ਅਸੀਂ ਸਾਡਾ ਇੱਕ ਪਰਿਵਾਰ ਆ, ਘਰ ਆ, ਸਾਡੀਆਂ ਆਪਸ 'ਚ 100 ਲੜਾਈਆਂ ਝਗੜੇ ਹੁੰਦੇ ਰਹਿਣ, ਲੇਕਿਨ ਬਾਹਰਲਾ ਬੰਦਾ ਜੇ ਸਾਡੇ ਘਰ ਤੇ ਹਮਲਾ ਕਰੂਗਾ ਤੇ ਉਸ ਨੂੰ ਕਰਾਰਾ ਜਵਾਬ ਉਸੇ ਤਰੀਕੇ ਦੇ ਨਾਲ ਦਿੱਤਾ ਜਾਊਗਾ। ਸਾਡੇ ਤੇ 40 ਸਿੰਘ ਉਹ ਮਾਣ ਨਹੀਂ ਸੀ ਜਿਨ੍ਹਾਂ ਨੇ ਚਮਕੌਰ ਦੀ ਗੜੀ 'ਚ 10 ਲੱਖ ਮੁਗਲਾਂ ਵੱਲੋਂ ਘੇਰਾ ਪੈ ਗਿਆ ਸੀ, ਉਹਨਾਂ 10 ਲੱਖ ਮੁਗਲਾਂ ਨੂੰ ਨੱਕ ਥਾਣੀ ਲੋਹੇ ਦੇ ਚਨੇ ਚਬਵਾਤੇ ਸੀ 40 ਸਿੰਘਾਂ ਨੇ। ਇੱਥੇ ਤੇ ਹੁਣ ਪੰਜਾਬ ਦੇ ਅੱਜ ਕਿੱਡੇ ਕਿੱਡੇ ਤਗੜੇ ਸਾਡੇ ਸਿੰਘ ਵੀਰ ਜਿਹੜੇ
ਅਗਰ ਸਿੱਖੀ ਨੂੰ ਸਮਝਣ ਤੇ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਝਣ, ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਤੇ ਸਾਡਾ ਲੱਖੇ ਸਿਧਾਣੇ ਵਰਗਾ ਵੀਰ ਰਿਲਾਇੰਸ ਪੈਟਰੋਲ ਪੰਪ ਬਠਿੰਡੇ ਦੇ ਵਿੱਚ ਧਰਨਾ ਲਾ ਕੇ ਬੈਠਾ ਆ। ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ 40 ਨੇ 10 ਲੱਖ ਮੁਗਲਾਂ ਨੂੰ ਭਜਾਇਆ ਸੀ, ਭਾਜੜ ਪਾਤੀ ਸੀ। ਬਹੁਤ ਧੰਨਵਾਦ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ ਗੱਲਬਾਤ ਲਈ। ਪਰ ਵੱਡੀ ਗੱਲ ਜਿਹੜੀ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦੇ ਵੱਲੋਂ ਕਹੀ ਗਈ ਹੈ ਕਿ ਭਾਵੇਂ ਕਿਸਾਨ ਮਜ਼ਦੂਰ ਏਕਤਾ ਬਿਲਕੁਲ ਠੀਕ ਹੈ, ਕਿਸਾਨੀ ਸੰਘਰਸ਼ ਦੇ ਵਿੱਚ ਮਜ਼ਦੂਰ ਵੀ ਸਾਥ ਦੇ ਰਹੇ ਨੇ, ਪਰ ਭਵਿੱਖ ਦੇ ਵਿੱਚ ਜਾਂ ਪਾਸਟ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਤੋਂ ਵੀ ਸਬਕ ਲੈਣ ਦੀ ਲੋੜ ਹੈ ਕਿ ਜਿਹੜਾ ਉੱਚ ਵਰਗ ਗਰੀਬ ਵਰਗ ਨਾਲ ਧੱਕੇਸ਼ਾਹੀ ਕਰਦਾ ਹੈ, ਜ਼ਿਆਦਤੀ ਕਰਦਾ ਹੈ, ਉਹਦੇ ਹੱਕ ਖੋਹਦਾ ਹੈ, ਉਹ ਸਹੀ ਨਹੀਂ ਹੈਗਾ। ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ। ਫਿਲਹਾਲ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ।